सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਕੱਲ ਹੋਈ। ਇਸ ਮੀਟਿੰਗ ਦੀ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਇਹਨਾਂ ਸਾਰੀਆਂ ਪਾਰਟੀਆਂ ਨੂੰ ਵੀ ਤੇ ਹਾਕਮ ਧਿਰ ਭਾਰਤੀ ਜਨਤਾ ਪਾਰਟੀ ਵੀ ਹਰ ਹੀਲਾ ਵਰਤ ਰਹੀ ਸੀ ਕਿ ਇਹ ਮੀਟਿੰਗ ਸਿਰੇ ਨਾ ਲੱਗੇ। ਪਰ ਜਿਸ ਤਰ੍ਹਾਂ ਨੀਤੀਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਸਾਰੇ ਵਿਰੋਧੀ ਪਾਰਟੀਆਂ ਦੇ ਮੁਖੀਆਂ ਨਾਲ ਮਿਲ ਕੇ ਉਹਨਾਂ ਸਾਰਿਆਂ ਨੂੰ ਜਿਸ ਤਰ੍ਹਾਂ ਇਸ ਮੀਟਿੰਗ ਲਈ ਤਿਆਰ ਕੀਤਾ, ਤੇ ਮਮਤਾ ਬੈਨਰਜੀ ਨੇ ਸਪੈਸ਼ਲੀ ਇਹ ਗੱਲ ਕਹੀ ਕਿ ਇਹ ਮੀਟਿੰਗ ਜਿਹੜੀ ਪਟਨਾ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਗਈ ਸੀ ਵਿਰੋਧੀ ਧਿਰ ਵੱਲੋਂ, ਉਸ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਪਟਨੇ ਤੋਂ ਕੀਤੀ ਗਈ ਸੀ। ਤੇ ਇਸ ਕਰਕੇ ਇਸ ਮੀਟਿੰਗ ਦੀ ਵੀ ਜਿਹੜੀ ਸ਼ੁਰੂਆਤ ਹੈ, ਇਸ ਲੜਾਈ ਦੀ ਸ਼ੁਰੂਆਤ ਹੈ, ਭਾਜਪਾ ਨੂੰ ਗੱਦੀ ਤੋਂ ਲਾਉਣ ਦੀ ਜਿਹੜੀ ਸ਼ੁਰੂਆਤ ਹੈ, ਉਹ ਪਟਨਾ ਤੋਂ ਹੀ ਹੋਣੀ ਚਾਹੀਦੀ ਹੈ। ਉਸ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਰਿਹਾਇਸ਼ ਦੇ ਉੱਤੇ ਮੇਜ਼ਬਾਨੀ ਕਰਦਿਆਂ ਇਸ ਮੀਟਿੰਗ ਦੀ ਸਾਰਿਆਂ ਨੂੰ ਉੱਥੇ ਇਕੱਠੇ ਕੀਤਾ ਤੇ ਬਕਾਇਦਾ ਇਸ ਮੀਟਿੰਗ 'ਚ ਜਿਹੜੀ ਵਿਚਾਰ ਚਰਚਾ ਹੋਈ, 4 ਘੰਟੇ ਚੱਲੀ ਇਸ ਮੀਟਿੰਗ ਨੇ ਇਹ ਸਿੱਟਾ ਕੱਢਿਆ ਤੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਇਹ ਸਾਰੀਆਂ ਪਾਰਟੀਆਂ ਲਗਭਗ 15 ਦੇ ਕਰੀਬ, ਇਹ ਵੱਧ ਵੀ ਹੋ ਸਕਦੀ ਹੈ ਕਿਉਂਕਿ ਕਿਤੇ ਗਿਣਤੀ 15 ਆ ਰਹੀ, ਕਿਤੇ 17 ਆ ਰਹੀ ਹੈ, ਪਰ ਇਹ ਜ਼ਰੂਰ ਹੈ ਕਿ ਇਹਨਾਂ ਸਾਰੇ ਪਾਰਟੀਆਂ ਦੇ ਮੁਖੀਆਂ ਨੇ 4 ਘੰਟੇ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਉਹ ਇਹ ਸਾਰੀਆਂ ਪਾਰਟੀਆਂ ਮਿਲ ਕੇ ਲੜਨਗੀਆਂ ਤੇ ਇਸ ਦੇ ਲਈ ਆਉਣ ਵਾਲੇ ਸਮੇਂ 'ਚ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾਣਗੇ ਕਿ ਉਸ ਤੋਂ ਪਹਿਲਾਂ ਕਿ ਕਿਵੇਂ ਇਹਨਾਂ ਪਾਰਟੀਆਂ ਨੇ ਆਪਣਾ ਗੱਠਜੋੜ ਬਣਾ ਕੇ ਤੇ ਇਸ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਕਿਸ ਤਰ੍ਹਾਂ ਆਪਣੇ ਅੰਦੋਲਨ ਨੂੰ ਅੱਗੇ ਵਧਾਉਣਾ ਹੈ। ਉਸ ਦੇ ਵਿਚਾਰ ਚਰਚਾ ਦੇ ਲਈ ਬਕਾਇਦਾ ਅਗਲੀ ਮੀਟਿੰਗ ਦਾ ਜਿਹੜਾ ਫੈਸਲਾ ਕਰ ਲਿਆ ਗਿਆ ਹੈ ਕਿ ਉਹ ਸ਼ਿਮਲਾ ਦੇ ਵਿੱਚ 10 ਜਾਂ 12 ਜੁਲਾਈ ਨੂੰ ਹੋਏਗੀ। ਤੇ ਇਹ ਗੱਲ ਬੜੀ ਸਪਸ਼ਟ ਰਾਹੁਲ ਗਾਂਧੀ ਉਹਨਾਂ ਨੇ ਕਹੀ ਕਿ ਦੇਸ਼ ਦੇ ਅੰਦਰ ਇਸ ਵੇਲੇ ਵਿਚਾਰਧਾਰਕ ਲੜਾਈ ਚੱਲ ਰਹੀ ਹੈ। ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਦੇਸ਼ ਨੂੰ ਹਿੰਸਾ, ਨਫ਼ਰਤ ਤੇ ਫਿਰਕਾ ਪ੍ਰਸਤੀ ਵੱਲ ਧੱਕ ਰਹੇ ਆ, ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਆ, ਪਰ ਦੂਸਰੇ ਪਾਸੇ ਦੇਸ਼ ਨੂੰ ਜੋੜਨ ਵਾਲੀਆਂ ਤਾਕਤਾਂ ਜਿਹੜੀਆਂ ਲੋਕਤੰਤਰ, ਸੰਵਿਧਾਨ ਦੀ ਰਾਖੀ ਲਈ ਤੇ ਸਾਡੇ ਜਿਹੜੇ ਕਦਰਾਂ ਕੀਮਤਾਂ ਹੈਗੀਆਂ ਉਹਨਾਂ ਦੇ ਰਾਖੀ ਦੇ ਲਈ ਤੇ ਧਰਮ ਨਿਰਪੱਖਤਾ ਨੂੰ ਬਚਾਉਣ ਦੇ ਲਈ ਤੇ ਭਾਰਤ ਨੂੰ ਜੋੜਨ ਦੇ ਲਈ ਤੇ ਮੁਹੱਬਤ ਦੇ ਸੁਨੇਹੇ ਦੇ ਨਾਲ ਅੱਗੇ ਵੱਧ ਰਹੀਆਂ। ਤੇ ਇਸੇ ਆਧਾਰ ਦੇ ਇਸੇ ਵਿਚਾਰਾਂ ਨੂੰ ਲੈ ਕੇ ਕਿ ਲੋਕਤੰਤਰ ਖਤਰੇ 'ਚ ਹੈ, ਸੰਵਿਧਾਨ ਖਤਰੇ 'ਚ ਹੈ, ਇਸ ਲੜਾਈ ਦਾ ਜਿਹੜਾ ਮੁੱਢ ਬੰਨਿਆ ਜਾ ਰਿਹਾ। ਇਹ ਜਿਹੜੀ ਸਾਰੀ ਸਥਿਤੀ ਸਾਹਮਣੇ ਆਈ ਹੈ ਕੱਲ ਦੀ ਮੀਟਿੰਗ ਤੋਂ ਬਾਅਦ, ਉਸ ਨਾਲ ਹਾਕਮ ਧਿਰ ਵੀ ਬੁਖਲਾਈ ਹੋਈ ਹੈ। ਉਸ ਦੇ ਜਿਹੜੇ ਆਗੂ, ਚਾਹੇ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜਿਹੜੇ JP ਨੱਡਾ, ਉਹਨਾਂ ਦੀ ਜਿਹੜੀ ਬਿਆਨਬਾਜ਼ੀ, ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ, ਇਸ ਤਰ੍ਹਾਂ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੀਆਂ ਟਿੱਪਣੀਆਂ ਤੋਂ ਇਸ ਦੀ ਝਲਕ ਸਾਫ਼ ਮਿਲਦੀ ਹੈ। ਇਹ ਸਾਰੀ ਸਥਿਤੀ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ, ਰਾਜਸੀ ਵਿਸ਼ਲੇਸ਼ਕ ਸਤਨਾਮ ਚਾਨਾ ਜੀ, ਜਿਹੜੇ ਕਿ ਖਾਸ ਕਰਕੇ ਜੋ ਕੁਝ ਕੌਮੀ ਰਾਜਨੀਤੀ 'ਚ ਵਾਪਰਦਾ ਤੇ ਉਹ ਕਿਸ ਦਿਸ਼ਾ ਤੇ ਕਿਸ ਦਸ਼ਾ 'ਚ ਅੱਗੇ ਵੱਧ ਰਿਹਾ, ਉਸ ਦੇ ਉੱਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ। ਤਾਂ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਉਹ ਜਿਹੜੀ ਪਟਨਾ ਦੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੈ ਉਸ ਦੇ ਬਾਰੇ ਉਹ ਕੀ ਸੋਚਦੇ ਆ ਤੇ ਉਹਨਾਂ ਦਾ ਕੀ ਨਜ਼ਰੀਆ ਹੈ ਤੇ ਉਹਨਾਂ ਦੀ ਕੀ ਰਾਏ ਹੈ। ਚਾਨਾ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। बहुत बहुत शुक्रिया जंडू जी। ਚਾਨਾ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਪਟਨਾ ਦੀ ਕੱਲ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੀ ਉਸ ਨੂੰ?
ਜੰਡੂ ਸਾਹਿਬ ਇਦਾਂ ਕਿ ਇਹ ਇੱਕ ਮੀਟਿੰਗ ਹੀ ਨਹੀਂ ਸੀ, ਦੇਸ਼ ਦੇ ਇਤਿਹਾਸ ਦਾ ਨਵਾਂ ਚੈਪਟਰ ਲਿਖਣਾ ਸ਼ੁਰੂ ਹੋਇਆ ਹੈ, ਜਿਹੜਾ ਕਿ ਸ਼ੁਰੂ ਹੋ ਗਿਆ। ਇਹਦਾ ਮਤਲਬ ਇਹ ਆ ਕਿ ਵੀ ਇੱਥੇ ਇਹਦੇ ਨਾਲ ਇਹ ਨਹੀਂ ਹੈ ਕਿ ਵੀ ਕੋਈ ਸ਼ੰਕਾ ਰਹਿ ਗਿਆ ਕਿ ਇਹ ਚੈਪਟਰ ਲਿਖਿਆ ਜਾਣਾ ਅੱਗੇ ਜਾਰੀ ਨਹੀਂ ਰਹੇਗਾ। ਮਤਲਬ ਇਹ ਇੱਕ ਖਾਸ ਨੋਟ ਕਰਨ ਵਾਲੀ ਗੱਲ ਹੈ। ਉਹਦੇ ਬੜੇ ਰੀਜ਼ਨ ਨੇ, ਕਿਉਂਕਿ ਇਸ ਤਰ੍ਹਾਂ ਦੀ ਮੀਟਿੰਗ ਹੋਵੇ, ਇਸ ਤਰ੍ਹਾਂ ਦੀ ਮੀਟਿੰਗ ਕੀਤੀ ਜਾਵੇ, ਯਤਨ ਤਾਂ ਚੱਲ ਰਹੇ ਸੀਗੇ ਔਰ ਉਹਦੇ ਚ ਨਤੀਸ਼ ਜੀ ਨੇ ਬਹੁਤ ਗਲੋਰੀਅਸ ਜਾਨੀ ਰੋਲ ਅਦਾ ਕੀਤਾ ਹੈ। ਇਸ ਮੀਟਿੰਗ ਦੀ ਸਫਲਤਾ ਦਾ ਸਾਰਾ ਸਿਹਰਾ ਉਹਨਾਂ ਨੂੰ ਜਾਂਦਾ ਹੈ। ਤਾਂ ਵੀ ਰੂਲਿੰਗ ਪਾਰਟੀ ਨੂੰ ਇਹ ਉਮੀਦ ਨਹੀਂ ਸੀ ਕਿ ਵਿਰੋਧੀ ਪਾਰਟੀਆਂ ਇਸ ਤਰ੍ਹਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਣਗੀਆਂ। ਉਹਨਾਂ ਦੇ ਕੋਲ ਬੜਾ ਸੋਲਿਡ ਰੀਜ਼ਨ ਸੀਗਾ ਕਿ ਇਹ ਪਾਰਟੀਆਂ ਜਿਨ੍ਹਾਂ ਨੂੰ ਇਹ ਇਕੱਠੀਆਂ ਕਰਨਾ ਚਾਹੁੰਦੇ, ਉਹਨਾਂ ਦੇ ਆਪਸ ਵਿੱਚ ਬੜੇ ਤਿੱਖੇ ਟਕਰਾਓ ਨੇ ਔਰ ਉਹਨਾਂ ਦੀ ਸਿੱਧੀ ਟੱਕਰ ਵੀ ਹੈਗੀ ਹੈ। ਇਸ ਕਰਕੇ ਉਹਨਾਂ ਦਾ ਸਹਿਮਤ ਹੋਣਾ ਬਹੁਤ ਔਖਾ ਹੋ ਜਾਏਗਾ। ਨੰਬਰ 2 ਕਿ ਜੇ ਉਹ ਕਿਸੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਉਭਾਰਨਾ ਚਾਹਣਗੇ ਤਾਂ ਉਹਦੇ ਤੇ ਸਹਿਮਤੀ ਨਹੀਂ ਹੋਣੀ। ਜੇ ਸਹਿਮਤੀ ਹੋ ਜਾਵੇ ਤਾਂ ਉਹਨਾਂ ਲਈ ਵੀ ਸੌਖਾ ਹੋ ਜਾਏਗਾ ਇਹ ਗੱਲ ਨੂੰ ਪੇਸ਼ ਕਰਨਾ ਕਿ ਲੜਾਈ ਜਿਹੜੀ ਹੈ 24 ਦੀ, ਉਹ ਨਰਿੰਦਰ ਮੋਦੀ ਅਤੇ ਵਰਸਸ ਜਿਹੜਾ ਇਹ ਚਿਹਰਾ ਉਭਾਰਨਗੇ ਉਹਦੇ ਦਰਮਿਆਨ ਆ, ਤਾਂ ਕਿ ਉਹਨਾਂ ਸਮੱਸਿਆਵਾਂ ਦਾ ਜਵਾਬ ਦੇਣ ਦਾ ਜਿਹੜਾ ਨਾ ਉਹ ਮੌਕਾ ਨਹੀਂ ਮਿਲੇਗਾ ਜਿਨ੍ਹਾਂ ਕਰਕੇ ਦੇਸ਼ ਪੀੜਤ ਹੈਗਾ। ਦੇਸ਼ ਦੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਸਮੱਸਿਆਵਾਂ ਨਾਲ ਜੂਝ ਰਹੇ ਆ, ਉਹਨਾਂ ਦਾ ਜਵਾਬ ਨਹੀਂ ਦੇਣਾ ਪਏਗਾ ਇਲੈਕਸ਼ਨ ਦੇ ਵਿੱਚ। ਇੰਨਾ ਕਹਿਣਾ ਹੀ ਕਾਫੀ ਹੋ ਜਾਏਗਾ ਕਿ ਦੱਸੋ ਜੀ ਕੌਣ ਚਾਹੀਦਾ ਆ, ਫਲਾਣਾ ਚਾਹੀਦਾ ਕਿ ਨਰਿੰਦਰ ਮੋਦੀ ਚਾਹੀਦਾ। ਤੀਸਰੀ ਗੱਲ ਇਹ ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਵੱਟ ਚਾੜਿਆ ਹੋਇਆ ਸੀਗਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਈਡੀ ਦੇ ਰਾਹੀਂ, ਔਰ ਜਿਸ ਤਰ੍ਹਾਂ ਦਾ ਇੱਕ ਖੌਫ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ, ਉਹਦੇ ਤੋਂ ਵੀ ਉਹਨਾਂ ਨੂੰ ਬੜਾ ਯਕੀਨ ਸੀਗਾ ਕਿ ਇਹ ਲੀਡਰ ਡਰਦੇ ਹੋਏ ਇੱਕ ਸਟੇਜ ਤੇ ਆਉਣਗੇ ਨਹੀਂ। ਲੇਕਿਨ ਉਹ ਸਾਰੀਆਂ ਜਿਹੜੀਆਂ ਸੀ ਕੈਲਕੂਲੇਸ਼ਨਸ, ਉਹ ਸਾਰੀਆਂ ਜਿਹੜੀਆਂ ਉਮੀਦਾਂ ਸੀ, ਉਹ ਮਿੱਟੀ 'ਚ ਮਿਲ ਗਈਆਂ ਭਾਰਤੀ ਜਨਤਾ ਪਾਰਟੀ ਦੀਆਂ। ਔਰ ਇਹ ਬਹੁਤ ਵੱਡੀ ਸਕਸੈਸ ਸੀ ਜਦੋਂ ਉਹ ਇਕੱਠੇ ਹੋਏ ਆ। ਔਰ ਤੁਸੀਂ ਇਹ ਦੇਖਿਆ ਹੋਣਾ ਕਿ ਜਿਹੜੇ ਲੀਡਰ ਉੱਥੇ ਇਕੱਠੇ ਹੋਏ ਉਹ ਸੱਚਮੁੱਚ ਹੀ ਇੱਕ ਐਸੀ ਪੋਜੀਸ਼ਨ 'ਚ ਸੀਗਾ, ਉਹਨਾਂ ਨੇ ਵੀ ਆਊਟ ਆਫ ਦਾ ਵੇ ਜਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਇਹੀ ਸੀ ਕਿ ਹੁਣ ਸਾਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਨੰਬਰ 2 ਇਹ ਸੀਗਾ ਕਿ ਕਿਸ ਇਸ਼ੂ ਦੇ ਉੱਤੇ ਇਕੱਠੇ ਹੋਣਗੇ, ਔਰ ਉਹ ਬੜਾ ਸੋਲਿਡ ਹੈ। ਉਹ ਇਕੱਲੇ ਰਾਹੁਲ ਗਾਂਧੀ ਨੇ ਨਹੀਂ, ਬਾਕੀ ਸਾਰਿਆਂ ਨੇ ਵੀ ਜਿਹੜਾ ਨਾ ਉਹਨੂੰ ਇਦਾਂ ਪੇਸ਼ ਕੀਤਾ ਕਿ ਇਹ ਲੜਾਈ ਪ੍ਰਧਾਨ ਮੰਤਰੀ ਦੇ ਚਿਹਰੇ ਦੀ ਜਾਂ ਪ੍ਰਧਾਨ ਮੰਤਰੀ ਬਦਲਣ ਦੀ ਨਹੀਂ ਹੈ, ਇਹ ਦੇਸ਼ ਨੂੰ ਬਚਾਉਣ ਦੀ ਤੇ ਦੇਸ਼ ਦੇ ਸਾਹਮਣੇ ਇੱਕ ਵਿਚਾਰਧਾਰਕ ਲੜਾਈ ਦਾ ਮੁੱਢ ਵੱਜਿਆ ਆ, ਜਿਹਦੇ ਤੇ ਅਸੀਂ ਸਾਰੇ ਇਕੱਠੇ ਹਾਂ। ਔਰ ਉਹ ਲੜਾਈ ਕਿਸ ਇਸ਼ੂ ਤੇ ਆ ਕਿ ਦੇਸ਼ ਦੇ ਵਿੱਚ ਜਿਹੜਾ ਨਾ ਵਿਤਕਰਾਬਾਜੀ ਬੰਦ ਹੋਵੇ ਤੇ ਸੰਵਿਧਾਨ ਆ ਜਿਹੜਾ ਉਸ ਦੀ ਰਾਖੀ ਕਰਨੀ ਆ, ਪਿਆਰ ਦਾ ਮਾਹੌਲ ਹੋਵੇ, ਦੰਗੇ ਫਸਾਦ ਆ ਜਿਹੜੇ ਇਹ ਖਤਮ ਹੋਣ। ਇਹ ਮਤਲਬ ਇਸ ਰਾਜਨੀਤੀ ਦੇ ਖਿਲਾਫ ਸਾਡੀ ਵਿਚਾਰਧਾਰਕ ਸਾਂਝ ਹੈਗੀ ਆ। ਇਹਦੇ ਉੱਤੇ ਕੋਈ ਵੀ ਕਿਸੇ ਨੇ ਵੀ ਇਸ ਤਰ੍ਹਾਂ ਦਾ ਨਹੀਂ ਪੇਸ਼ ਕੀਤਾ ਕਿ ਹਾਂ ਇਹ ਸਾਡੇ ਇਸ਼ੂ ਜਿਹੜੇ। ਸੋ ਇਸ ਕਰਕੇ ਰਾਜਨੀਤੀ ਦੇ ਨਾਲ ਜਿਹੜਾ ਉਹਨਾਂ ਨੇ ਇਹ ਜੋੜਿਆ ਕਿ ਇਹ ਅਸੀਂ ਵਿਚਾਰਧਾਰਕ ਸਾਂਝ ਦੇ ਕਰਕੇ ਇਕੱਠੇ ਹੋਏ ਆ, ਉਹਨੂੰ ਤੋੜਨਾ ਬੜਾ ਔਖਾ ਹੋ ਜਾਂਦਾ। ਜਦੋਂ ਵਿਚਾਰਧਾਰਾ ਦੇ ਉੱਤੇ ਸਹਿਮਤੀ ਹੋ ਜਾਂਦੀ ਆ ਤਾਂ ਫਿਰ ਜਿਹੜੇ ਜਥੇਬੰਦਕ ਅਤੇ ਦੂਸਰੇ ਰਾਜਨੀਤਿਕ ਮਤਭੇਦ ਹੁੰਦੇ ਆ, ਉਹ ਦੂਸਰੇ ਨੰਬਰ ਤੇ ਚਲੇ ਜਾਂਦੇ, ਜਿਹੜੇ ਸੌਟ ਆਊਟ ਕੀਤੇ ਜਾ ਸਕਦੇ ਹੁੰਦੇ ਆ। ਸੋ ਇਸ ਕਰਕੇ ਸਾਨੂੰ ਇੱਕ ਤਾਂ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ਼ੂ ਦੇ ਉੱਤੇ ਏਕਤਾ ਹੋਈ ਆ ਉਸ ਦਾ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ। ਔਰ ਦੂਸਰਾ ਇਹ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਇਸ ਨੂੰ ਲਿਆ, ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਹਾਂ। ਹੋਰ ਸਾਰੇ ਬਾਕੀ ਪਾਰਟੀਆਂ ਦੇ ਵੀ ਨੇਤਾ ਜਿਹੜੇ ਨਾ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ, ਤੁਸੀਂ ਜਦੋਂ ਮਮਤਾ ਬੈਨਰਜੀ ਨੂੰ ਸੁਣਿਆ ਹੋਣਾ ਨਾ, ਜਦੋਂ ਉਹਨੇ ਇੰਟਰੋਡਕਸ਼ਨ ਉਹਦੀ ਕਰਾਈ ਗਈ ਤੇ ਉਹਨੇ ਬੋਲਣਾ ਸ਼ੁਰੂ ਕੀਤਾ, ਉਹਨੇ ਨਾਂ ਲੈਣੇ ਸ਼ੁਰੂ ਕੀਤੇ ਕਿ ਸਟੇਜ ਤੇ ਕੌਣ ਕੌਣ ਹਾਜ਼ਰ ਨੇ, ਹਨਾ। ਔਰ ਪਾਸੇ ਨੂੰ ਦੇਖ ਕੇ ਉਹਨਾਂ ਕਮਿਊਨਿਸਟ ਲੀਡਰਾਂ ਦੇ ਨਾਂ ਲਏ ਜਿਨ੍ਹਾਂ ਤੋਂ ਉਹਨਾਂ ਨੇ ਸਰਕਾਰ ਖੋਈ ਸੀ, ਜਿਨ੍ਹਾਂ ਨਾਲ ਉਹਨਾਂ ਦੀ ਸਿੱਧੀ ਟੱਕਰ ਆ, ਜਿਹਦਾ ਸੀਤਾਰਾਮ ਯੈਚੁਰੀ ਦਾ ਨਾਂ ਲਿਆ ਔਰ ਡੀ ਰਾਜਾ ਦਾ ਨਾਂ ਲਿਆ, ਹਨਾ, ਕਹਿ ਕੇ ਕਿ ਇੱਥੇ ਨੇੜੇ ਆਉਣਾ ਚਾਹੀਦਾ, ਸਾਈਡ ਤੇ ਬੈਠ ਗਿਆ, ਹਨਾ। ਸੋ ਇਹ ਇੱਕ ਇੰਡੀਕੇਸ਼ਨ ਸੀ ਕਿ ਅਸੀਂ ਹੁਣ ਸਾਰੇ ਇਕੱਠੇ ਆ, ਇਹਦੇ ਚ ਕਿਸੇ ਸਟੇਟ ਦਾ ਜਾਂ ਸੂਬੇ ਦਾ ਨਹੀਂ ਕੋਈ ਚੱਕਰ ਕਿ ਉੱਥੇ ਕਿਸ ਤਰ੍ਹਾਂ ਦੀ ਲੜਾਈ ਜਿਹੜੀ ਹੈ ਨਾ ਉਹ ਸਾਡੀ ਆਪਸ ਵਿੱਚ ਹੀ ਹੈ ਜਾਂ ਵਿਰੋਧ ਹੈ। ਔਰ ਉਹ ਵਿਰੋਧ ਹੈਗੇ ਆ,
ਉਹਦੇ ਲੇਕਿਨ ਵਿੱਚ ਇਹ ਹੈ ਆਣਾ ਕਿ ਜੀ, ਵੱਡਾ ਉਹਨਾਂ ਉੱਤੇ ਇਸ਼ੂ ਬਕਾਇਦਾ ਇਹ ਗੱਲ ਕਹੀ ਵੀ ਹੈ ਕਿ ਜਿਹੜੇ ਸਟੇਟ ਦੇ ਮਾਮਲੇ ਆ ਉਹ ਵੱਖਰੇ ਹੈਗੇ, ਉਹਨਾਂ ਨੂੰ ਵੱਖਰੇ ਵਿਚਾਰਿਆ ਜਾਵੇ, ਸਟੇਟਾਂ ਦੇ ਵਿੱਚ ਵਿਚਾਰਿਆ ਜਾਵੇ, ਤੇ ਜਿਹੜਾ ਨੈਸ਼ਨਲ ਮੁੱਦਾ ਹੈ ਜਿਹਦੇ ਤੇ ਇਕੱਠੇ ਹੋਏ ਆ ਸਿਰਫ ਉਹਦੇ ਤੇ ਗੱਲ ਹੋਵੇ। ਬਿਲਕੁਲ ਇਹੀ ਮੈਂ ਇਹ ਉਹ ਜਿਹੜਾ ਉਹਨਾਂ ਦਾ ਸਟੇਟਾਂ ਦੇ ਵਿੱਚ ਆਪਸ ਵਿੱਚ ਕੰਟਰਡਿਕਸ਼ਨ ਹੈਗੀ ਆ, ਜਾਂ ਉਹਨਾਂ ਦਾ ਵਿਰੋਧ ਆ ਥੋੜਾ ਬਹੁਤ ਜਾਂ ਜ਼ਿਆਦਾ, ਉਹਨੂੰ ਉਹਦੇ ਤੋਂ ਉੱਪਰ ਨੈਸ਼ਨਲ ਇਸ਼ੂ ਆ, ਜਿਹੜਾ ਕੌਮੀ ਮਸਲਾ ਜਿਹੜਾ ਆ, ਉਹਦੇ ਸਾਹਮਣੇ ਉਹਦੀ ਕੋਈ ਕੀਮਤ ਨਹੀਂ ਹੈ। ਆਪਣੀ ਸਟੇਟ ਦੇ ਵਿੱਚ ਅਸੀਂ ਆਪੇ ਨਿਪਟਦੇ ਰਵਾਂਗੇ। ਲੇਕਿਨ ਹੁਣ ਜਿਹੜਾ ਇਸ਼ੂ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਾਂ RSS ਤੋਂ ਇਸ ਦੇਸ਼ ਨੂੰ ਕਿੱਦਾਂ ਛਡਾਉਣਾ ਆ, ਇਹ ਸਾਡੀ ਸਾਂਝ ਆ। ਔਰ ਉਹਦੇ ਉੱਤੇ ਜਿਹੜਾ ਪ੍ਰਿੰਸੀਪਲ ਫੈਸਲਾ ਕੀ, ਉਹੀ ਇੱਕ ਫੈਸਲਾ ਸੀ ਵੀ ਕੀ ਉਹ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਉਹਨੂੰ ਸੌਰਟ ਆਊਟ ਕਰਨਾ ਜਿਹੜਾ ਨਾ, ਉਹ ਬਰੀਕੀ ਦਾ ਮਸਲਾ ਹੈਗਾ, ਉਹ ਸਟੈਟਿਕਸ ਦਾ ਮਸਲਾ ਹੈਗਾ। ਉਹ ਕੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਇੱਕ ਕੈਂਡੀਡੇਟ ਖੜਾ ਕਰਾਂਗੇ, ਯਾਨੀ 1 to 1 ਦਾ ਜਿਹੜਾ ਪ੍ਰਿੰਸੀਪਲ ਫੈਸਲਾ ਹੋਇਆ ਨਾ, ਇਹੀ ਅਸਲ 'ਚ ਫੈਸਲਾ ਸੀ। ਇਹੀ ਫੈਸਲਾ ਕਰਨ ਦੇ ਉੱਤੇ ਜਿਹੜੀ ਨਾ ਦਿੱਕਤ ਆਣੀ ਸੀ ਕਿ ਉਹ ਇਹ ਆ ਕਿ ਕਿੱਥੇ ਕਿਹੜੀ ਸੀਟ ਦੇ ਉੱਤੇ ਕਿਹੜੀ ਪਾਰਟੀ ਦਾ ਕੈਂਡੀਡੇਟ ਇੱਕ ਹੋਵੇ ਤੇ ਬਾਕੀ ਉਹ ਸਪੋਰਟ ਕਰਨ। ਸੋ ਇਸ ਕਰਕੇ ਇਹ ਇੱਕ ਬਹੁਤ ਵੱਡਾ ਫੈਸਲਾ ਆ। ਬਾਕੀ ਦੇ ਉਹਦੇ ਗੌਣ ਆ, ਜਿਹਨੂੰ ਆਪਾਂ ਸੈਕੰਡਰੀ ਕਹਿੰਦੇ ਆ ਨਾ, ਉਹ ਸੈਕੰਡਰੀ ਹੈਗੇ ਆ ਕਿ ਹੁਣ ਸ਼ਿਮਲਾ ਦੇ ਵਿੱਚ ਉਹ ਕਿਹੜੇ ਫੈਸਲੇ ਕਰਦੇ ਆ, ਉਹ ਡਿਟੇਲ ਉਹਦਾ ਨਾਂ ਰੱਖਣਾ ਇਹ ਕੋਈ ਵੱਡੀ ਗੱਲ ਨਹੀਂ ਹੈ। ਆਹ ਨਾਂ ਨਹੀਂ ਤਾਂ ਉਹ ਨਾਂ ਸੇ UPA ਨਹੀਂ ਹੋਏਗਾ, ਸਾਫ਼ ਨਜ਼ਰ ਆਉਂਦਾ ਕਿ ਜੇ UPA ਤੇ ਉਹਨਾਂ ਦਾ ਉਹਦੇ ਤੇ ਇਕੱਠੇ ਹੋ ਜਾਂਦੇ। ਨਹੀਂ, ਵੈਸੇ ਇਸ ਵੀ ਕਰਕੇ ਉਹਦੀ ਸਾਰੀ ਜ਼ਿੰਮੇਵਾਰੀ ਕਾਂਗਰਸ ਤੇ ਪਾ ਦਿੱਤੀ ਗਈ ਆ। ਉਹ ਜ਼ਿੰਮੇਵਾਰੀ ਮਲਕਰਜਨ ਖੜਗੇ ਨੂੰ ਦਿੱਤੀ ਗਈ ਹੈ ਕਿ ਤੁਸੀਂ ਉੱਥੇ ਮੀਟਿੰਗ ਜਿਹੜੀ ਆ ਉਹਨੂੰ ਸਾਰੀ ਨੂੰ ਕਰਨਾ ਹੈਗਾ ਹਾਂ ਅਰੇਂਜ। ਹਾਂ ਬਿਲਕੁਲ, ਉਹ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਹੋਏਗੀ। ਲੇਕਿਨ ਇਹ ਆ ਕਿ ਜਿਹੜੇ ਫੈਸਲੇ ਆ ਉਸ ਮੀਟਿੰਗ ਵਿੱਚ ਹੀ ਹੋਣਗੇ। ਉਹਦਾ ਕੋਈ ਖਰੜਾ ਤਿਆਰ ਕਰਨ ਦੇ ਲਈ ਕੋਈ ਨਾ ਕੋਈ ਜਿਹੜੀ ਸਰਫਸ ਤੇ ਆਉਂਦੀ ਹੈ ਨਾ ਜੰਡੂ ਸਾਹਿਬ ਗੱਲ, ਜਦੋਂ ਇਸ ਲੈਵਲ ਤੇ ਮੀਟਿੰਗ ਹੁੰਦੀ ਹੈ, ਉਸ ਲੈਵਲ ਤੇ ਉੱਥੇ ਬੈਠਣ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਸੌਟ ਆਊਟ ਕੀਤੀਆਂ ਹੋਈਆਂ ਹੁੰਦੀਆਂ, ਔਰ ਆਪਸ ਵਿੱਚ ਹੀ ਮਿਲ ਕੇ ਬਾਇਲੈਟਰਲੀ ਜਿਹੜੇ ਚੁੱਭਵੇਂ ਮਸਲੇ ਸੀਗੇ ਉਹ ਪਹਿਲਾਂ ਸੌਟ ਆਊਟ ਹੋ ਚੁੱਕੇ ਹੋਣਗੇ, ਤਾਂ ਉਹ ਇਕੱਠੇ ਬੈਠੇ ਆ। ਔਰ ਬਿਲਕੁਲ ਬਿਲਕੁਲ ਠੀਕ। ਉਹਦਾ ਜਿਹੜਾ ਸੂਤਰਧਾਰ ਹੈਗਾ ਉਹ ਹੈਗਾ ਨਤੀਸ਼ ਕੁਮਾਰ। ਆਪਾਂ ਪਿਛਲੀਆਂ ਡਿਸਕਸ਼ਨਸ ਦੇ ਵਿੱਚ ਵੀ ਹੈ ਵੀ ਨਤੀਸ਼ ਕੁਮਾਰ ਨੇ ਜਿਹੜਾ ਬਹੁਤ ਵੱਡਾ ਮੋੜ ਦਿੱਤਾ ਇਸ ਦੇਸ਼ ਦੀ ਸਿਆਸਤ ਨੂੰ, ਉਹ ਇਹ ਸੀਗਾ ਕਿ ਉਹਨੇ ਬਗਾਵਤ ਕਰਕੇ ਦੂਸਰੀਆਂ ਪਾਰਟੀਆਂ ਦਾ ਲੀਡਰਾਂ ਦਾ ਡਰ ਲਾ ਦਿੱਤਾ। ਜਿਹੜਾ ਇਹ ਸੀਗਾ ਕਿ ਜੀ ਉਹਦੇ ਖਿਲਾਫ ਕੋਈ ਖੰਘ ਨਹੀਂ ਸਕਦਾ, ਹਨਾ, ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਖੰਘ ਨਹੀਂ ਸਕਦਾ। ਉਹਨੇ ਜਿਹੜਾ ਇਹ ਖੰਘਿਆ ਨਾ, ਉਹੀ ਇੱਕ ਬਹੁਤ ਵੱਡਾ ਮੋੜ ਸੀ। ਬਾਕੀ ਉਸ ਮੋੜ ਦੇ ਉੱਤੇ ਹੁਣ ਅੱਗੇ ਕਿਹੜੀਆਂ ਦਿੱਕਤਾਂ ਆਉਂਦੀਆਂ ਉਹਨਾਂ ਦੇ ਵਿੱਚੋਂ ਦੀ ਉਹ ਲੰਘ ਰਹੇ ਆ। ਸੋ ਇਸ ਕਰਕੇ ਹੁਣ ਵੀ ਜਿਹੜਾ ਉਹਨਾਂ ਨੇ ਮਿਲ ਕੇ ਇਕੱਲੇ ਦੇ ਨਾਲ ਮੀਟਿੰਗਾਂ ਕਰਕੇ ਬਾਇਲੈਟਰਲ ਮੀਟਿੰਗਾਂ ਕਰਕੇ ਉਹਨਾਂ ਡਿਫਰੈਂਸਸ ਨੂੰ ਸੌਟ ਆਊਟ ਪਹਿਲਾਂ ਕੀਤਾ ਆ, ਤਾਂ ਇਸ ਕਰਕੇ ਇਤਿਹਾਸ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਫਿਗਰ ਆ ਜਿਹੜੀ, ਉਹ ਨਤੀਸ਼ ਕੁਮਾਰ ਆ। ਨਤੀਸ਼ ਕੁਮਾਰ ਦੇ ਯਤਨਾਂ ਦੇ ਨਾਲ ਉਹਨੇ ਦੋ ਗੱਲਾਂ ਕੀਤੀਆਂ। ਪਹਿਲਾਂ ਉਹਨਾਂ ਨੇ ਡਰ ਲਾਇਆ ਕਿ ਬਗਾਵਤ ਕਰਕੇ, ਦੂਜਾ ਉਹਨਾਂ ਨੂੰ ਇਕੱਠੇ ਕਰਨ ਦੇ ਲਈ ਉਹ ਯਤਨ ਕੀਤੇ ਜਿਹੜੇ ਸ਼ਾਇਦ ਕੋਈ ਹੋਰ ਨਾ ਕਰ ਸਕਦਾ। ਸੋ ਇਸ ਕਰਕੇ ਮੈਂ ਇਸ ਸਾਰੇ ਦੇ ਲਈ ਇੱਕ ਜਿਹੜੀ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਕੀਤੀ, ਉਸਨੇ ਵੀ ਤਾਂ ਇੱਕ ਮਾਹੌਲ ਤਿਆਰ ਕੀਤਾ। ਕਰਨਾਟਕਾ ਦੀ ਜਿਹੜੀ ਚੋਣ ਕਾਂਗਰਸ ਨੇ ਜਿੱਤੀ, ਹਿਮਾਚਲ ਦੀ ਚੋਣ ਜਿੱਤੀ, ਉਸਨੇ ਵੀ ਤਾਂ ਇੱਕ ਮਾਹੌਲ ਨੂੰ ਪੁਸ਼ ਕੀਤਾ। ਉਹਨੇ ਸਿਰਫ ਇਹ ਫਰਕ ਪਾਇਆ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਵੀ ਕੀ ਦੇਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਦੋਂ ਅਸੀਂ ਦੇਖਦੇ ਹਾਂ ਲੋਕਾਂ ਦਾ ਜਿਹੜਾ ਉਹ ਇਰਾਦਾ ਕੀ ਆ, ਉਹ ਸਪਸ਼ਟ ਨਹੀਂ ਸੀਗਾ। ਉਹ ਜਦੋਂ ਹੁਣ ਇਹ ਸਪਸ਼ਟ ਹੋ ਗਿਆ ਤਾਂ ਇਹ ਹੋਪ ਵੀ ਜਾਗੀ ਆ, ਕਿਉਂਕਿ ਜਦੋਂ ਇਨਕਰੇਜਮੈਂਟ ਮਿਲਦੀ ਆ ਤਾਂ ਉਹਦੇ ਵਿੱਚੋਂ ਚੰਗੇ ਫੈਸਲੇ ਨਿਕਲਦੇ। ਰਾਜਨੀਤੀ ਦਾ ਹੀ ਤਕਾਜ਼ਾ ਹੈ ਕਿ ਜੇ ਜਿੱਤ ਨਹੀਂ ਸਕਣਾ ਤਾਂ ਜੋ ਹੈਗਾ ਉਸ ਨੂੰ ਬਚਾਓ, ਹਨਾ। ਜੇ ਜਿੱਤ ਸਕਦੇ ਆ ਤਾਂ ਫਿਰ ਉਹਦੇ 'ਚ ਇੱਕ ਰਿਸਕ ਵੀ ਹੁੰਦਾ, ਲੇਕਿਨ ਇੱਕ ਹੋਪ ਵੀ ਹੁੰਦੀ ਆ। ਰਾਹੁਲ ਗਾਂਧੀ ਦੀ ਯਾਤਰਾ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਦੇ ਵਿੱਚ ਅੰਡਰ ਕਰੰਟ ਜੋ ਚੱਲ ਰਿਹਾ ਉਹ ਇਸ ਪਾਰਟੀ ਰੂਲਿੰਗ ਪਾਰਟੀ ਦੇ ਜਾਂ ਇਸ ਸਰਕਾਰ ਦੇ ਖਿਲਾਫ ਚੱਲ ਰਿਹਾ ਆ। ਔਰ ਜਿਹੜਾ ਵੀ ਉਹਨਾਂ ਨੇ ਇਸ ਤਰ੍ਹਾਂ, ਦੂਜਾ ਹੈ ਕਿ ਲੋਕ ਜਦੋਂ ਸੜਕਾਂ ਤੇ ਨਿਕਲੇ ਉਹਨੇ ਵੀ ਸਾਬਤ ਕਰ ਦਿੱਤਾ ਕਿ ਅੰਦਰ ਖਾਤੇ ਨਹੀਂ ਹੈ, ਇਹ ਜ਼ਾਹਰ ਆਇਆ। ਜਦੋਂ ਮੌਕਾ ਮਿਲਿਆ ਉਹਨਾਂ ਨੂੰ ਬਾਹਰ ਨਿਕਲਣ ਦਾ, ਉਹ ਬਾਹਰ ਨਿਕਲ ਗਏ। ਦੂਸਰਾ ਹੈ ਕਿ ਕਰਨਾਟਕ ਨੇ ਕਰ ਦਿੱਤਾ ਕਿ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਲੋਕ ਡਿਫੀਟ ਕਰਨ ਨੂੰ ਬੈਠੇ ਆ। ਔਰ ਜੋ ਕੁਝ ਚੱਲ ਰਿਹਾ ਹੁਣ ਮੱਧ ਪ੍ਰਦੇਸ਼ ਦੇ ਵਿੱਚ, ਉਹਦੇ ਨਾਲ ਵੀ ਜਿਹੜੀਆਂ ਨਾ ਲੋਕਾਂ ਦੀ, ਸੋ ਇਸ ਕਰਕੇ ਇਹ ਜਿਹੜਾ ਦੋ ਕਿਸਮ ਦਾ ਹੌਸਲਾ ਮਿਲਿਆ
ਉਸਨੇ ਵੀ ਵਿਰੋਧੀ ਪਾਰਟੀਆਂ ਨੂੰ ਇਹ ਯਕੀਨ ਦਵਾ ਦਿੱਤਾ ਕਿ ਜਦੋਂ ਇਹ ਨਹੀਂ ਹੋਊਗਾ ਕਿ ਇਕੱਠੇ ਹੋ ਕੇ ਸਿਰਫ ਸਜ਼ਾ ਹੀ ਹੋਊਗੀ, ਇਕੱਠੇ ਹੋਣ ਦੇ ਨਾਲ ਸਿਰਫ ਜੇਲ੍ਹ ਹੀ ਜਾਣਾ ਪਊਗਾ ਕਿਉਂਕਿ ਈਡੀ ਮਗਰ ਪਿਆ ਹੋਇਆ। ਉਹਨੂੰ ਇਹ ਹੋ ਗਿਆ ਕਿ ਜਦੋਂ ਇਕੱਠੇ ਹੋਵਾਂਗੇ ਤਾਂ ਮੋਦੀ ਦੀ ਸਰਕਾਰ ਨੂੰ ਉਲਟਾਇਆ ਜਾ ਸਕਦਾ। ਤੁਸੀਂ ਹੁਣ ਜਦੋਂ ਸਟੈਟਿਕਸ ਦੇਖੋਗੇ, ਜਿਹੜੇ ਉੱਤੇ 6 ਰਾਜਾਂ ਦੇ ਮੁੱਖ ਮੰਤਰੀ ਔਰ ਉਹ ਤੋਂ ਬਿਨਾਂ ਜਿਹੜੇ ਆ 17 ਪਾਰਟੀਆਂ, ਕਿਉਂਕਿ ਉਹ ਮਮਤਾ ਜੀ ਨੇ 17 ਦਾ ਹੀ ਨਾਂ ਲਿਆ, 17 ਹੋਣਗੀਆਂ। ਲੇਕਿਨ ਇਹ ਆ ਕਿ ਇਹ 17 ਪਾਰਟੀਆਂ ਦਾ ਉਹ ਇਕੱਠ ਨਹੀਂ ਸੀ ਕਿ ਆਪਣਾ ਕੋਈ ਪ੍ਰਤੀਨਿਧ ਭੇਜ ਦਿੱਤਾ ਕਿਸੇ ਨੇ। ਹਰ ਪਾਰਟੀ ਦਾ ਹੈਡ ਉੱਥੇ ਸ਼ਾਮਲ ਹੋਇਆ, ਯਾਨੀ ਆਪ ਜਾਂ ਉਹਦਾ ਪ੍ਰਧਾਨ ਹੈ ਨਾ ਸਾਰੀਆਂ ਪਾਰਟੀਆਂ ਦੇ, ਤੇ ਆਪਣੇ ਉਹਨਾਂ ਦੇ ਨਾਲ ਇੱਕ ਇੱਕ ਜਾਂ ਦੋ ਦੋ ਜਣੇ ਹੋਰ ਗਏ। ਯਾਨੀ ਕੈਜੂਅਲੀ ਨਹੀਂ ਲਿਆ, ਜਿਹੜੇ ਗਏ ਆ ਉਹਨਾਂ ਨੇ ਇਹਨੂੰ ਸਰਾਸਰੀ ਨਹੀਂ ਲਿਆ ਕਿ ਚਲੋ ਮੀਟਿੰਗ ਹੈਗੀ ਆ, ਆਪਣਾ ਇੱਕ ਜਨਰਲ ਸੈਕਟਰੀ ਜਾਂ ਕੋਈ ਸੈਕੰਡ ਰੈਂਕ ਦਾ ਅਹੁਦੇਦਾਰ ਭੇਜ ਦਿੰਦੇ ਆ। ਉਹ ਨਿੱਠ ਕੇ ਉਹਨਾਂ ਦੇ ਆਪਣੀ ਆਪਣੀ ਪਾਰਟੀ ਦੇ ਮੁਖੀ ਉੱਥੇ ਪਹੁੰਚੇ ਆ, ਤਾਂ ਕਿ ਜੇ ਮੌਕੇ ਦੇ ਉੱਤੇ ਕੋਈ ਫੈਸਲਾ ਇੱਧਰ ਉੱਧਰ ਕਰਨਾ ਪੈ ਜਾਵੇ ਤਾਂ ਉਹ ਪੂਰੇ ਰਾਈਟ ਦੇ ਨਾਲ ਉੱਥੇ ਬੈਠਾ ਸੀ। ਲੇਕਿਨ ਮੇਰਾ ਖਿਆਲ ਹੈ ਕਿ ਐਸਾ ਕੁਛ ਹੈ। ਉਹ ਦੂਜਾ ਇਹ ਗੱਲ ਹੈ ਕਿ ਕੁਝ ਗੱਲਾਂ ਬਾਹਰ ਆ ਰਹੀਆਂ, ਲੇਕਿਨ ਜਿੱਥੇ ਉਹ ਬੈਠ ਕੇ ਮੀਟਿੰਗ ਹੋਈ ਨਾ, ਪਤਾ ਹੀ ਲੱਗਾ ਆ ਕਿ ਉਹਦੇ ਅੰਦਰ ਜਾਣ ਦੀ ਜਾਂ ਉੱਥੇ ਸੁੰਘਣ ਦੀ ਕੋਈ ਚਾਂਸ ਬਹੁਤੇ ਸੀ ਨਹੀਂ, ਸਿਵਾਏ ਇਸ ਤੋਂ ਕਿ ਜਿਹੜੇ ਬੰਦੇ ਉੱਥੇ ਸਰਵ ਕਰ ਰਹੇ ਹੋਣਗੇ ਉਹਨਾਂ ਦੇ ਰਾਹੀਂ ਕੋਈ ਗੱਲ ਬਾਹਰ ਆਈ ਹੋਵੇ, ਜਾਂ ਜੇ ਕੋਈ ਕਿਸੇ ਦਾ ਮਿੱਤਰ ਹੈਗਾ ਕਿਸੇ ਲੀਡਰ ਦਾ, ਉਹਨੇ ਦੱਸਿਆ ਹੋਵੇ ਕਿ ਅੰਦਰ ਆਹ ਗੱਲ ਵੀ ਹੋਈ ਸੀ ਲੇਕਿਨ ਛਾਪਣੀ ਨਹੀਂ ਹੈ ਨਾ। ਅੱਜ ਦੀਆਂ ਗੱਲਾਂ ਜਿਹੜੀਆਂ ਹੁਣ ਬਾਹਰ ਆ ਰਹੀਆਂ ਕਿ ਜੀ ਐਦਾਂ ਦੇ ਸਵਾਲ ਵੀ ਉਠਾਏ ਗਏ। ਸੋ ਇਸ ਕਰਕੇ ਉੱਥੇ ਜੋ ਕੁਝ ਮਾਹੌਲ ਪੈਦਾ ਹੋਇਆ, ਉਹਨੇ ਇੱਕ ਨਵੇਂ ਕਿਸਮ ਦੀ ਹੁਣ ਹਵਾ ਹੋਰ ਬਦਲਣੀ ਆ ਔਰ ਉਹ ਤੇਜ਼ ਹੋਣੀ ਆ ਹਵਾ। ਔਰ ਉਹਦੇ ਵਿੱਚੋਂ ਇਹੀ ਸੀ, ਜਿੱਦਾਂ ਤੁਸੀਂ ਆਪਣੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੂੰ ਕਹਿੰਦੇ ਹੋਏ ਸੁਣਿਆ ਹੋਣਾ ਕਿ ਡਰੋ ਨਾ, ਹਨਾ। ਆਪਣਾ ਕੀ ਨਾਂ ਉਹਨਾਂ ਦਾ, ਸਤਿਆਪਾਲ ਮਲਕ ਮਲਿਕ। ਸਾਹਿਬ। ਹਾਂ, ਸਤਿਆਪਾਲ ਮਲਿਕ ਸਾਹਿਬ ਨੂੰ। ਸਤਿਆਪਾਲ ਮਲਿਕ ਨੇ 2-3 ਦਿਨ ਪਹਿਲਾਂ ਹੀ ਕਿ ਵੀ ਜੇਲ੍ਹ ਭੇਜ ਦੇਣਗੇ, ਡਰੋ ਨਾ, ਲੇਕਿਨ 6 ਮਹੀਨਿਆਂ ਬਾਅਦ ਤੁਸੀਂ ਫਿਰ ਇਹਨਾਂ ਦਾ ਜਿਹੜਾ ਨਾ ਇਨਕੁਆਇਰੀ ਕਰਿਓ। 6 ਮਹੀਨਿਆਂ ਦਾ ਮਤਲਬ ਕਿ ਵੀ ਜਦੋਂ ਇਹ ਇਲੈਕਸ਼ਨ ਹੋ ਕੇ ਰਹਿਣੇ ਨਹੀਂ, ਉਹਨੂੰ ਪੱਕਾ ਆ ਕਿ ਜੇ 1 to 1 ਹੋਏ ਤਾਂ ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੁੜ ਕੇ ਪਾਵਰ 'ਚ ਨਹੀਂ ਆ ਸਕਦੀ। ਜਦੋਂ ਤੁਸੀਂ ਆ ਜਾਓਗੇ ਉਦੋਂ ਫਿਰ ਇਹਨਾਂ ਦੀ ਇਨਕੁਆਇਰੀ ਸ਼ੁਰੂ ਕਰ ਦੇ, ਮਤਲਬ ਉਹਨੇ ਸਿੱਧਾ ਕਿਹਾ ਉਹਨੇ। ਸੋ ਉਹ ਉਹਨਾਂ ਨੂੰ ਕੌਨਫੀਡੈਂਸ ਇੰਨਾ ਹੈਗਾ ਕਿ ਹੁਣ ਉਹ ਕੌਨਫੀਡੈਂਸ ਜਾਗਿਆ ਲੋਕਾਂ ਦੇ ਅੰਦਰ। ਜਿਹੜੀਆਂ ਭਾਵਨਾਵਾਂ ਸੀ ਜਦੋਂ ਉਹ ਬਾਹਰ ਆਈਆਂ, ਉਹਦੇ 'ਚ ਦੋਹਾਂ ਚੀਜ਼ਾਂ ਦਾ ਰੋਲ ਹੈਗਾ। ਇੱਕ ਕਰਨਾਟਕਾ ਦੀ ਚੋਣ ਦਾ ਹੈਗਾ, ਦੂਜਾ ਜਿਹੜੀ ਉਹਨਾਂ ਨੇ ਪੈਦਲ ਯਾਤਰਾ ਕੀਤੀ। ਮੇਰਾ ਖਿਆਲ ਹੁਣ ਜਦੋਂ ਸ਼ੁਰੂ ਕਰਨਗੇ, ਜਿੱਦਾਂ ਅਸੀਂ ਉਹ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਬਈ ਜਿਹੜਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਹਾਸਲ ਕਰਨਾ ਸੀ ਉਹ ਕਰ ਲਿਆ। ਹੁਣ ਉਹਦੇ 'ਚ ਜਦੋਂ ਦੂਸਰੀ ਯਾਤਰਾ ਸ਼ੁਰੂ ਕਰਨਗੇ, ਉਹਦਾ ਜਿਹੜਾ ਕੰਟੈਂਟ ਹੈਗਾ, ਉਹਦਾ ਜਿਹੜਾ ਐਕਸਪ੍ਰੈਸ਼ਨ ਆ, ਉਹ ਡਿਫਰੈਂਟ ਟਾਈਪ ਦੇ ਨਾਲ ਜੇ ਜਾਏਗਾ ਤਾਂ ਫਿਰ ਉਹ ਇੱਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਜਿਹੜਾ ਲੱਗਦਾ ਇਹ ਸੀ ਕਿ ਸ਼ਾਇਦ ਦੂਜੀ ਯਾਤਰਾ ਤੋਂ ਬਾਅਦ ਏਕਤਾ ਜਿਹੜੀ ਨਾ ਉੱਭਰ ਕੇ ਸਾਹਮਣੇ ਆਏਗੀ, ਪਰ ਉਹ ਪਹਿਲਾਂ ਆ ਗਈ। ਹੁਣ ਕੀ ਆ, ਹੁਣ ਜੇ ਹੁੰਜਾ ਫੇਰਨਾ ਆ ਤਾਂ ਫਿਰ ਇਹੀ ਆ ਕਿ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਆ, ਉਹ ਜੇ ਉਹ ਯਾਤਰਾ ਇਹਨਾਂ ਦੀ ਅਜੇ ਵੀ ਸਟੈਂਡ ਕਰਦੀ ਆ, ਤਾਂ ਫਿਰ ਉਹਨਾਂ ਦੇ ਵਿੱਚ ਇਹਨਾਂ ਸਾਰੇ ਲੀਡਰਾਂ ਨੂੰ ਸ਼ਾਮਲ ਹੋਣਾ ਚਾਹੀਦਾ, ਹਨਾ, ਤਾਂ ਕਿ ਇਹ ਉੱਤਰੀ ਭਾਰਤ ਦੇ ਵਿੱਚ ਜਿਹੜਾ ਨਾ ਉਹੋ ਜਿਹਾ ਮਾਹੌਲ ਪੈਦਾ ਕਰ ਸਕਣ ਜਿਹੋ ਜਿਹਾ ਕਰਨਾਟਕਾ ਦੇ ਵਿੱਚ ਹੋ ਗਿਆ। ਪਰ ਚਾਨਣਾ ਜੀ, ਇੱਕ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਭੂਮਿਕਾ ਹੈ, ਬੇਸ਼ੱਕ ਉੱਥੇ ਮੀਟਿੰਗ ਹੀ ਤੇ ਸ਼ਾਮਲ ਹੋਈ, ਪਰ ਮੀਟਿੰਗ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਅਰਵਿੰਦ ਕੇਜਰੀਵਾਲ, ਉਹਨਾਂ ਨੇ ਜਿਹੜਾ ਦਿੱਲੀ ਸਰਕਾਰ ਦੇ ਲਈ ਨੋਟੀਫਿਕੇਸ਼ਨ ਕੀਤਾ ਗਿਆ ਕੇਂਦਰ ਵੱਲੋਂ, ਉਸ ਨੂੰ ਲੈ ਕੇ ਉਹ ਵੱਖ-ਵੱਖ ਪਹਿਲਾਂ ਮੁੱਖ ਮੰਤਰੀਆਂ ਨੂੰ ਵੀ ਮਿਲੇ ਸੀ ਕਿ ਇਸ ਦਾ ਰਲ ਕੇ ਸਾਰੇ ਜਿਹੜਾ ਪਾਰਲੀਮੈਂਟ 'ਚ ਵਿਰੋਧ ਕਰਨ ਦੀ ਹਾਕਮ ਧਿਰ ਵੱਲੋਂ ਉੱਥੇ ਬਿੱਲ ਲਿਆਂਦਾ ਜਾਂਦਾ ਹੈ ਇਸ ਨੋਟੀਫਿਕੇਸ਼ਨ ਨੂੰ ਬਦਲਣ ਦੇ ਲਈ, ਤਾਂ ਉਸ ਨੂੰ ਹਰਾਇਆ ਜਾ ਸਕੇ, ਉਸ ਦਾ ਵਿਰੋਧ ਕੀਤਾ ਜਾ ਸਕੇ। ਤਾਂ ਉਹਨਾਂ ਨੇ ਕਾਂਗਰਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਕਾਂਗਰਸ ਇਸ ਮੀਟਿੰਗ ਤੋਂ ਪਹਿਲਾਂ ਇਹ ਸਪਸ਼ਟ ਕਰੇ ਕਿ ਉਹ ਇਸ ਬਿੱਲ ਦੇ ਉੱਤੇ ਸਾਡੇ ਨਾਲ ਖੜੀ ਹੈ ਜਾਂ ਨਹੀਂ ਖੜੀ ਹੈ, ਉਹ ਆਪਦੀ ਸਥਿਤੀ ਸਪਸ਼ਟ ਕਰੇ। ਪਰ ਅਸੀਂ ਦੇਖਿਆ ਕਿ ਉਹ ਸਾਰੇ, ਤੇ ਦੂਸਰਾ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਇਹ ਮੀਟਿੰਗ ਦਾ ਏਜੰਡਾ, ਪਹਿਲਾ ਏਜੰਡਾ ਇਹ ਹੋਣਾ ਚਾਹੀਦਾ। ਪਰ ਅਸੀਂ ਦੇਖਦੇ ਹਾਂ ਕਿ ਉਹ ਸਾਰਾ ਕੁਝ ਉਹਨਾਂ ਦਾ ਜਿਹੜਾ ਸੀਗਾ, ਤੇ ਜਿਸ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਕਿ ਇਹ ਮੀਟਿੰਗ ਦੇ ਏਜੰਡੇ ਨੂੰ ਬਦਲਣ ਵੱਲ ਜਿਹੜਾ ਜ਼ਿਆਦਾ ਜ਼ੋਰ ਲਾ ਰਿਹਾ ਅਰਵਿੰਦ ਕੇਜਰੀਵਾਲ ਹੋਣੀ, ਤਾਂ ਉਸ ਨੂੰ ਉੱਥੇ ਗੌਲਿਆ ਤੱਕ ਨਹੀਂ ਗਿਆ। ਦੇਖੋ ਇਹ ਮਸਲਾ ਜਿਹੜਾ ਨਾ ਇਹ ਨਹੀਂ ਹੈ ਕਿ ਵੀ ਅਰਵਿੰਦ ਕੇਜਰੀਵਾਲ ਨੂੰ
ਇਹਦਾ ਪਤਾ ਨਹੀਂ ਹੈ ਕਿ ਇਹ ਆਰਡੀਨੈਂਸ ਹੈ ਜਿਹੜਾ ਇਹਦੀ ਵੈਲਿਊ ਕੀ ਆ ਇਸ ਦੇ ਮੁਕਾਬਲੇ ਦੇ ਵਿੱਚ ਕਿ ਸਰਕਾਰ ਵੱਲੋਂ, ਹਨਾ, ਇਹਦੇ ਤੇ ਇਕੱਠ ਕਰਕੇ ਸਾਰਾ ਮਤਲਬ ਜਿਹੜਾ ਏਜੰਡਾ ਸੀ ਉਹਦੇ ਨਾਲ ਇਸ ਮੰਗ ਦਾ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ ਅਸਲ ਦੇ ਵਿੱਚ। ਲੇਕਿਨ ਫਿਰ ਵੀ ਇਸ ਨੂੰ ਕਿਉਂ ਰੇਜ਼ ਕੀਤਾ ਗਿਆ? ਜਿਹੜੀ ਮੁਹਿੰਮ ਉਹ ਪਹਿਲਾਂ ਚਲਾਈ ਗਈ, ਉਹ ਵੱਖਰੀਆਂ ਸਟੇਟਾਂ ਵਿੱਚ ਜਾ ਕੇ ਕੁਝ ਮੁੱਖ ਮੰਤਰੀਆਂ ਨੂੰ ਵੀ ਮਿਲੇ, ਉੱਥੋਂ ਉਹਨਾਂ ਨੂੰ ਸਪੋਰਟ ਮਿਲੀ। ਹੁਣ ਉਹਨਾਂ ਨੂੰ ਉਮੀਦ ਇਹ ਸੀ ਕਿ ਜਦੋਂ ਮੈਂ ਇਹੀ ਏਜੰਡਾ ਲਿਜਾ ਕੇ ਉੱਥੇ ਰੱਖੂੰਗਾ ਤਾਂ ਅੱਧੇ ਕੁ ਮੇਰੇ ਵੱਲ ਹੋ ਜਾਣਗੇ ਤੇ ਸ਼ਾਇਦ ਕਾਂਗਰਸ ਜਿਹੜੀ ਨਾ ਉਹ ਇਕੱਲੀ ਆਈਸੋਲੇਟ ਹੋ ਜਾਏਗੀ। ਲੇਕਿਨ ਹੋਇਆ ਕੀ, ਕਿਉਂਕਿ ਉਹ ਏਜੰਡਾ ਇਸ ਦਾ ਕੋਈ ਹਿੱਸਾ ਨਹੀਂ ਬਣਨ ਦੇ ਕਾਬਲ ਸੀਗਾ। ਉਹ ਇੱਕ ਸੀਰੀਅਸ ਆ, ਇੱਕ ਉਹ ਸੰਵਿਧਾਨ ਦੇ ਉੱਤੇ ਆਰਡੀਨੈਂਸ ਲਿਆ ਕੇ ਸੰਵਿਧਾਨ ਦੀ ਇੱਕ ਕਿਸਮ ਦੀ ਹੈ ਨਾ ਉਹ ਵੈਸੇ ਵੀ ਲੋਕਾਂ ਦੇ ਅਧਿਕਾਰ ਉਹਨੂੰ ਉਹਨਾਂ ਨੇ ਸਟੇਟ ਦਾ ਮਾਮਲਾ ਕਿਹਾ ਹੈਗਾ ਜਿਹੜੀ ਉਹ ਉਹੀ ਗੱਲ ਹੈ ਕਿ ਕਿਉਂਕਿ ਅਸਲ ਦੇ ਵਿੱਚ ਇਹ ਆ ਕਿ ਉਹ ਨਹੀਂ ਆਉਣਾ ਚਾਹੀਦਾ ਸੀਗਾ। ਇਹਨੂੰ ਕੋਈ ਨਹੀਂ ਕਹਿ ਸਕਦਾ ਕਿ ਉਹ ਨਹੀਂ ਆਉਣਾ ਚਾਹੀਦਾ ਸੀ, ਕਿਉਂਕਿ ਇੱਕ ਚੁਣੀ ਹੋਈ ਸਰਕਾਰ ਆ, ਉਹਦੇ ਤੁਸੀਂ ਰਾਈਟ ਆ ਜਿਹੜੇ ਕਰਟੇਲ ਕਰਦੇ ਉਹਨੂੰ ਸਰਕਾਰ ਹੀ ਨਹੀਂ ਚਲਾਉਣ ਦੇਣੀ। ਇਹਦੇ ਤੇ ਜਿਹੜਾ ਨਾ ਕਿ ਕੋਈ ਖਿਲਾਫ ਖੜਾ ਹੈ ਨਾ, ਜਾਂ ਇਹ ਕਿੱਥੇ ਜਾ ਕੇ ਇਹ ਠੀਕ ਕਿਹਾ ਮਲਕ ਰੰਜਨ ਖੜਗੇ ਨੇ ਕਿ ਪਾਰਲੀਮੈਂਟ ਦੇ ਅੰਦਰ ਲਿਜਾ ਕੇ ਰੱਦ ਕਰਨ ਦਾ ਮਸਲਾ ਹੈਗਾ। ਜਦੋਂ ਉਹ ਰਾਜ ਸਭਾ ਆਉਣਾ ਸੀ, ਅਸੀਂ ਸਾਰੀਆਂ 20 ਪਾਰਟੀਆਂ ਜਿਹੜੀਆਂ ਨਾ ਇਕੱਠੀਆਂ ਹੋ ਕੇ ਏਜੰਡਾ ਤੈਅ ਕਰਦੀਆਂ, ਫਿਰ ਉਹ ਇਕੱਠੀਆਂ ਚੱਲਦੀਆਂ ਹੈਗੀਆਂ। ਇਹ ਮਸਲਾ ਉੱਥੇ ਜਾਣ ਵਾਲਾ ਸੀ। ਪਬਲਿਕਲੀ ਕੀ ਪਬਲਿਕ ਦੇ ਵਿੱਚ ਇਹਨੂੰ ਉਭਾਰ ਕੇ ਇਹਨੂੰ ਰੱਦ ਕੀਤਾ ਜਾ ਸਕਦਾ? ਕੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ? ਜੇ ਸਾਰੀ ਦੀ ਸਾਰੀ ਦਿੱਲੀ ਇੱਕ ਪਾਸੇ ਖੜੀ ਆ, ਉਹ ਤਾਂ ਨਹੀਂ ਪਰਵਾਹ ਕਰਦੇ ਹਨਾ, ਫਿਰ ਵੀ ਉਹ ਆਰਡੀਨੈਂਸ ਲੈ ਆਉਂਦੇ ਆ। ਸੁਪਰੀਮ ਕੋਰਟ ਨੇ ਫੈਸਲਾ ਵੀ ਕਰ ਦਿੱਤਾ, ਫਿਰ ਉਹ ਆਰਡੀਨੈਂਸ, ਯਾਨੀ ਉਸ ਦਬਾਅ ਦਾ ਇਸ ਦੇ ਨਾਲ ਕੋਈ ਮਹਿਨਾ ਨਹੀਂ ਸੀ। ਇਸ ਕਰਕੇ ਇਹ ਜਿਹੜਾ ਲੱਗਦਾ ਸੀ ਨਾ ਉਹਨਾਂ ਨੂੰ ਕਿ ਸ਼ਾਇਦ ਜਿੰਨੇ ਵੀ ਹੋਰ ਸਟੇਟਾਂ ਹੋਰ ਪਾਰਟੀਆਂ ਨਾਲ ਖੜੀਆਂ ਉਹ ਅੰਦਰ ਵੀ ਇਸ ਤਰ੍ਹਾਂ ਜਿਹੜਾ ਪੋਲਰਾਈਜੇਸ਼ਨ ਹੋ ਗਏ। ਫਿਰ ਜਿਹੜੀ ਉਹਨਾਂ ਨੇ ਮੰਗ ਉਠਾਈ ਆ ਉਹ ਵੀ ਜਿਹੜੀ ਉਹ ਸਮਝ ਆਉਣ ਵਾਲੀ ਨਹੀਂ ਹੈ ਕਿ ਜਿੰਨਾ ਚਿਰ ਸਪੋਰਟ ਨਹੀਂ ਕਰਦੇ ਅਸੀਂ ਨਹੀਂ ਆਉਣਾ ਹਨਾ, ਕਾਂਗਰਸ ਦੇ ਜਿੱਥੇ ਕਾਂਗਰਸ ਹਾਜ਼ਰ ਉਹਨਾਂ ਨੇ ਮੀਟਿੰਗ ਤੋਂ ਆ ਕੇ ਬਾਅਦ ਚ ਫਿਰ ਇਸ ਗੱਲ ਦਾ ਬਾਅਦ ਚ ਇਸ ਕਰਕੇ ਹੁਣ ਇਹ ਆ ਕਿ ਜਦੋਂ ਅਸੀਂ ਉਹ ਸਾਰੀਆਂ ਪਿਛਲੀਆਂ ਘਟਨਾਵਾਂ ਨਾਲ ਜੋੜਦੇ ਆ ਨਾ, ਜਿਹੜੇ ਸੀਨੀਅਰ ਪੱਤਰਕਾਰ ਵੀ ਹੈਗੇ ਆ ਜਾਂ ਜਿਹੜੇ ਰਾਜਨੀਤੀ ਦੇ ਮਾਹਿਰ ਵੀ ਹੈਗੇ ਆ, ਉਹ ਕਿਉਂ ਇਹ ਫਿਕਰਾ ਘੜਿਆ ਗਿਆ ਕਿ ਇਹ ਬੀਜੇਪੀ ਦੀ ਬੀ ਟੀਮ ਆ ਹਨਾ, ਔਰ ਇਹ ਕਿਸ ਤਰ੍ਹਾਂ ਇੰਪ੍ਰੈਸ਼ਨ ਗਿਆ ਜਾਂ ਇਹਦੇ ਨਾਲ ਕੋਰਿਲੇਟ ਕੀਤਾ ਕਿ ਹੁਣ ਜਦੋਂ ਪਿਛਲੀਆਂ ਸਟੇਟਾਂ ਦੀਆਂ ਆਪਾਂ ਚੋਣਾਂ ਦੇਖਦੇ ਹਾਂ, ਉਹਦੇ ਵਿੱਚ ਜਿੱਥੇ ਨਹੀਂ ਵੀ ਇੱਕ ਵੀ ਨਹੀਂ ਜਿੱਤਣ ਜੋਗੇ ਸੀ ਜਾਂ ਜ਼ਮਾਨਤਾਂ ਬਚਾਉਣ ਜੋਗੇ ਵੀ ਨਹੀਂ ਸੀ, ਉੱਥੇ ਵੀ ਜਾ ਕੇ ਆਪਣੇ ਕੈਂਡੀਡੇਟ ਖੜੇ ਕੀਤੇ। ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਵੋਟ ਡਿਵੀਜ਼ਨ ਦੇ ਨਾਲ ਹੀ ਬੀਜੇਪੀ ਜਿੱਤਦੀ ਹੈ ਹਨਾ, ਔਰ ਇਹ ਕੰਮ ਜਿਹੜਾ ਵੀ ਕਰਦਾ ਉਹਨੂੰ ਲੋਕ ਸਮਝਦੇ ਕਿ ਇਹ ਚਾਹੇ ਆਪਣੇ ਲਈ ਕੀਤਾ, ਚਾਹੇ ਇਮਾਨਦਾਰੀ ਨਾਲ ਕੀਤਾ, ਚਾਹੇ ਨਹੀਂ ਇਮਾਨਦਾਰੀ ਨਾਲ ਕੀਤਾ, ਇਹਦਾ ਲਾਭ ਜਿਹੜਾ ਅਲਟੀਮੇਟਲੀ ਬੀਜੇਪੀ ਨੂੰ ਹੁੰਦਾ ਆ। ਔਰ ਫਿਰ ਉਹ ਤਾਂ ਇਹ ਇੰਪ੍ਰੈਸ਼ਨ ਖੜਾ ਹੋ ਜਾਂਦਾ ਕਿ ਬਈ ਜਿਹੜੀ ਚੀਜ਼ ਬੀਜੇਪੀ ਦੇ ਹੱਕ ਜਾਂਦੀ ਆ ਉਹ ਕਿਉਂ ਕਰਦੇ ਹੋ, ਤੁਹਾਨੂੰ ਤਾਂ ਕੁਝ ਮਿਲ ਨਹੀਂ ਰਿਹਾ। ਸੋ ਇਸ ਕਰਕੇ ਇਹ ਅਜੇ ਇਹਦੇ ਤੇ ਨਾ ਵਿਚਾਰ ਹੋਰ ਡੂੰਘੀ ਹੋਣੀ ਆ, ਲੋਕਾਂ ਦੇ ਵਿੱਚ ਇਹ ਜਾਣੀ ਆ ਗੱਲ ਕਿ ਇਹ ਕਿਉਂ ਇਦਾਂ ਹੋਇਆ। ਲੱਗਦਾ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਕਾਂਗਰਸ ਨੂੰ ਆਈਸੋਲੇਟ ਕਰ ਦੇਣਾ ਇਸ ਮਸਲੇ ਨੂੰ ਉਠਾ ਕੇ, ਕਿਉਂਕਿ ਮਸਲਾ ਤਾਂ ਸਹੀ ਆ। ਲੇਕਿਨ ਹੋਇਆ ਇਹ ਕਿ ਉਹ ਆਪ ਬਾਕੀ ਪਾਰਟੀਆਂ ਤੋਂ, ਕਿਉਂਕਿ ਬਾਕੀ ਪਾਰਟੀਆਂ ਵੀ ਤਾਂ ਇਹ ਸਮਝਦੀਆਂ ਨਾ ਵੀ ਇਸ ਮੰਚ ਦਾ ਏਜੰਡਾ ਇਹ ਕੀ ਸੀਗਾ ਕਿ ਨਹੀਂ ਸੀ, ਕਿਉਂ ਉਠਾਇਆ ਗਿਆ, ਉਹਦਾ ਪਰਪਸ ਕੀ ਆ। ਉਹ ਪਰਪਸ ਹੁਣ ਉਧੜਨਾ ਸ਼ੁਰੂ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਫਿਰ ਉਹ ਸਮਝ ਜਾਣਗੇ ਕਿ ਸਾਡੇ ਕੋਲੋਂ ਇਹ ਇੱਕ ਗਲਤ ਜਗ੍ਹਾ ਦੇ ਉੱਤੇ ਠੀਕ ਮਸਲਾ ਗਲਤ ਪਲੇਟਫਾਰਮ ਦੇ ਉੱਤੇ ਉਠਾ ਹੋ ਗਿਆ, ਉਹ ਸ਼ਾਇਦ ਆਪਣਾ ਰਿਵਿਊ ਕਰ ਲੈਣ। ਪਰ ਇਹ ਆ ਕਿ ਵੀ ਉਹਨਾਂ ਨੂੰ ਹੁਣ ਹੋਰ ਜਿਹੜੀਆਂ ਪਾਰਟੀਆਂ ਜੇ ਨਹੀਂ ਆਈਆਂ ਜੰਡੂ ਸਾਹਿਬ, ਉਹਦੇ ਚ 2 ਸ਼ਿਫਟ ਹੋਣੀਆਂ। ਆਪਾਂ ਪਹਿਲਾਂ ਵੀ ਏਦਾਂ ਹਨਾ ਗੱਲ ਕੀਤੀ ਸੀਗੀ, ਦੋ ਤਰ੍ਹਾਂ ਦੇ ਸ਼ਿਫਟ ਆਏਗੀ। ਉਹ ਪਾਰਟੀਆਂ ਜਿਹੜੀਆਂ ਅਜੇ ਇੱਧਰ ਜਾਈਏ ਉੱਧਰ ਜਾਈਏ, ਸਾਡੀ ਸਟੇਟ ਨੂੰ ਕਿੱਦਾਂ ਫਾਇਦਾ ਆ, ਕੀ ਸਾਡੀ ਸਟੇਟ ਨੂੰ ਇਹ ਫਾਇਦਾ ਕਿ ਬੀਜੇਪੀ ਕਿਉਂਕਿ ਉਹਨਾਂ ਦੀ ਸਰਕਾਰ ਹੈ ਇਸ ਕਰਕੇ ਉਹਨਾਂ ਨਾਲ ਰਹੀਏ। ਜਦੋਂ ਉਹਨਾਂ ਨੂੰ ਇੰਪ੍ਰੈਸ਼ਨ ਜਾਣਾ ਸ਼ੁਰੂ ਹੋ ਗਿਆ ਕਿ ਸਰਕਾਰ ਤੇ ਆ ਹੀ ਨਹੀਂ ਰਹੀ ਦੁਬਾਰਾ, ਇਸ ਕਰਕੇ ਉਹਨਾਂ ਦੇ ਵਿੱਚ ਵੀ ਸ਼ਿਫਟ ਆਉਣੀ ਬੜੀ ਇੱਕ ਲਾਜ਼ਮੀ ਹੈ। ਹੋਰ ਵੀ ਉੱਧਰ ਆਉਣਗੇ ਜਿਹੜੇ ਬੀਜੇਪੀ ਦੇ ਨਾਲ ਖੜੇ ਆ ਨਾ, ਕੋਈ ਹੋਰ ਗਰੁੱਪ ਜਾਂ ਪਾਰਟੀਆਂ, ਉਹਨਾਂ ਅੰਦਰ ਰੀਥਿੰਕਿੰਗ ਦਾ ਇੱਕ ਦੌਰ ਸ਼ੁਰੂ ਹੋਏਗਾ ਕਿ ਅਸੀਂ ਕਾਹਦੇ ਲਈ, ਕਿਉਂਕਿ ਉਹ ਤਾਂ ਆ ਨਹੀਂ ਰਹੇ ਹਨਾ, ਅਸੀਂ ਇੱਥੇ ਕਿਉਂ ਖੜੇ। ਦੂਸਰਾ ਤੁਸੀਂ ਹੁਣ ਦੇਖਿਆ ਹੋਣਾ ਪਿਛਲੇ 1 ਅੱਧੇ ਦਿਨ ਦੇ ਵਿੱਚ ਹੀ
ਜਿਹੜਾ ਨੈਸ਼ਨਲ ਮੀਡੀਆ ਦੇ ਕੁਝ ਹਿੱਸੇ ਜਿਹੜੇ ਆ ਨਾ ਉਹ ਬਦਲਨੇ ਸ਼ੁਰੂ ਹੋ ਗਏ। ਉਹਨਾਂ ਨੇ ਸਪੇਸ ਦਿੱਤੀ ਆ, ਕਾਫੀ ਸਪੇਸ ਦਿੱਤੀ ਆ ਪਟਨਾ ਦੀ ਜਿਹੜੀ ਨਾ ਮੀਟਿੰਗ ਨੂੰ। ਇਸ ਤਰ੍ਹਾਂ ਹੁੰਦਾ ਕਿ ਜਿਹੜਾ ਲੋਕਾਂ ਦਾ ਦਬਾਅ, ਜਿਹੜਾ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਜਿਹੜੀ ਸ਼ਿਫਟ ਆਉਂਦੀ ਆ ਨਾ, ਜਦੋਂ ਉਹਦਾ ਪ੍ਰਭਾਵ ਦੂਜੀਆਂ ਪਾਰਟੀਆਂ ਦੇ ਉੱਪਰ ਵੀ ਲਾਜ਼ਮੀ ਪੈਂਦਾ ਆ, ਉਹ ਪ੍ਰੈਸ ਦੇ ਉੱਤੇ ਵੀ ਨਜ਼ਰ ਆ ਰਿਹਾ। ਔਰ ਹੁਣ ਉਹਨਾਂ ਅੰਦਰ ਰੀਥਿੰਕਿੰਗ ਸ਼ੁਰੂ ਹੋਏਗੀ ਜਿਨ੍ਹਾਂ ਨੂੰ ਅਜੇ ਇੱਥੇ ਜਿਹੜੇ ਅਜੇ ਨਹੀਂ ਆਏ ਹਨਾ। ਸੋ ਇਧਰੋਂ ਕੋਈ ਟੁੱਟੇਗਾ ਜਾਂ ਪਿੱਛੇ ਹਟੇਗਾ, ਉਹ ਹੁਣ ਕੋਈ ਚਾਂਸ ਨਹੀਂ ਨਜ਼ਰ ਆਉਂਦਾ ਕਿ ਜਿੰਨੀਆਂ ਇਹ 16 15 ਜਾਂ 17 ਪਾਰਟੀਆਂ ਉੱਤੇ ਇਕੱਠੀਆਂ ਹੋਈਆਂ, ਉਹਨਾਂ ਦਾ ਇਹਦੇ ਵਿੱਚੋਂ ਕਿਸੇ ਦਾ ਵੀ ਨਿਕਲ ਜਾਣਾ ਜਿਹੜਾ ਨਾ ਕੋਈ ਸੰਭਾਵਨਾ ਨਹੀਂ ਹੈਗੀ। ਪਰ ਦੂਸਰੇ ਪਾਸੇ ਇਹ ਤਾਂ ਹੈ ਨਾ ਚਾਨਾ ਜੀ ਕਿ ਜਿੰਨੀ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਲੈ ਕੇ ਬੁਖਲਾਈ ਹੋਈ ਹੈ, ਉਹ ਵੀ ਤਾਂ ਇਹਦੇ ਵਿੱਚ ਤੋੜ ਭੰਨ ਕਰਨ ਦਾ ਯਤਨ ਕਰਨਗੇ ਨਾ, ਜਿਸ ਤਰ੍ਹਾਂ ਈਡੀ ਦੀ ਵਰਤੋਂ, ਸੀਬੀਆਈ ਦੀ ਵਰਤੋਂ, ਇਨਕਮ ਟੈਕਸ ਦੀ ਵਰਤੋਂ। ਉਹ ਤਾਂ ਦੇਰ ਤੋਂ ਚੱਲ ਰਿਹਾ ਨਾ ਇਹ ਕੰਮ, ਉਹ ਉਦੋਂ ਦਾ ਹੀ ਚੱਲ ਰਿਹਾ ਕਿਉਂਕਿ ਫਾਈਲਾਂ ਤਾਂ ਜਦੋਂ ਉਹਨਾਂ ਸਾਰਿਆਂ ਦੀਆਂ ਇਹਨਾਂ ਦੀਆਂ ਤਿਆਰ ਕੀਤੀਆਂ ਹੋਈਆਂ, ਜਿਹੜੇ ਵਿਰੋਧੀ ਧਿਰ ਦੇ ਕਾਫੀ ਆਗੂ ਨੇ। ਹਾਂ ਨਾ ਬਿਲਕੁਲ ਕੀਤੀਆਂ ਹੋਈਆਂ। ਆਪਾਂ ਜਿਹਦਾ ਸ਼ੁਰੂ ਚ ਵੀ ਗੱਲ ਕਿਹਾ ਵੀ ਕੋਈ ਬੰਦਾ ਵੀ ਹੁਣ, ਕੋਈ ਲੀਡਰ ਵੀ, ਕੋਈ ਪਾਰਟੀ ਵੀ ਈਡੀ ਤੋਂ ਡਰਨ ਦੇ ਲਈ ਜਿਹੜਾ ਨਾ ਉਹ ਤਿਆਰ ਨਹੀਂ ਹੈ। ਅਸਲ ਦੇ ਵਿੱਚ ਈਡੀ ਦੀ ਵਰਤੋਂ ਜਾਂ ਈਡੀ ਜਾਂ ਸਰਕਾਰੀ ਏਜੰਸੀਆਂ ਦੀ ਵਰਤੋਂ ਤਾਂ ਉਦੋਂ ਤੋਂ ਹੀ ਸ਼ੁਰੂ ਹੋਇਆ ਜਦੋਂ ਬੀਜੇਪੀ ਨੇ ਨਾਰਾ ਲਾਇਆ ਸੀਗਾ ਕਿ ਆਪੋਜੀਸ਼ਨ ਮੁਕਤ ਜਿਹੜਾ ਭਾਰਤ ਚਾਹੀਦਾ ਹਨਾ। ਪਹਿਲਾਂ ਕਾਂਗਰਸ ਮੁਕਤ ਚਾਹੀਦਾ ਸੀਗਾ, ਫਿਰ ਆਪੋਜੀਸ਼ਨ ਮੁਕਤ ਚਾਹੀਦਾ ਸੀ, ਫਿਰ ਉਸ ਤਰ੍ਹਾਂ ਦੇ ਆਪਰੇਸ਼ਨ ਵੀ ਹੋਏ ਜਿਨ੍ਹਾਂ ਨੂੰ ਹਨਾ ਜਿਹੜਾ ਲੋਟਸ ਆਪਰੇਸ਼ਨ ਜਿਹਨੂੰ ਨਾਂ ਦਿੱਤਾ ਵਿਰੋਧੀ ਪਾਰਟੀਆਂ ਨੇ, ਉਹ ਉਦਾਂ ਦੇ, ਔਰ ਉਹ 'ਚ ਉਹਨਾਂ ਨੇ ਕਾਮਯਾਬੀ ਵੀ ਹਾਸਲ ਕੀਤੀ ਹੈ ਨਾ ਸਰਕਾਰਾਂ ਇੱਧਰ ਉੱਧਰ ਕਰਨ ਦੇ ਵਿੱਚ ਵੀ। ਯਾਨੀ ਉਦੋਂ ਤੋਂ ਹੀ ਇਹਨਾਂ ਏਜੰਸੀਆਂ ਨੂੰ ਜਿਹੜਾ ਨਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੋਇਆ ਸੀਗਾ। ਔਰ ਉਹਦੇ ਵਿੱਚ ਹੁਣ ਉਹ ਜਦੋਂ ਇਹ ਹੋ ਹੀ ਗਿਆ ਆ ਕਿ ਬਈ ਜੀ ਇਹਦੇ ਤੋਂ ਬਚਣ ਦਾ ਕੋਈ ਤਰੀਕਾ ਨਹੀਂ, ਉਹ ਕਹਿੰਦੇ ਵੀ ਜੇ ਫਸਣਾ ਹੀ ਆ, ਜਾਣਾ ਹੀ ਆ ਜੇਲ੍ਹ, ਤਾਂ ਫਿਰ ਡਰਨਾ ਕਿਉਂ ਹਨਾ। ਫਿਰ ਇਹ ਆ ਕਿ ਹੋ ਕੇ ਜੇ ਰਹਿਣਾ ਤਾਂ ਫਿਰ ਲੜੋ। ਹੁਣ ਲੜਾਈ ਦੇ ਨਾਲ ਹੀ ਬਚ ਸਕਦੇ ਆ। ਉਹ ਇਸ ਨਤੀਜੇ ਤੇ ਪਹੁੰਚ ਗਏ ਆ ਕਿ ਡਰ ਕੇ ਨਹੀਂ, ਥੱਲੇ ਲੱਗ ਕੇ ਨਹੀਂ, ਕੰਪਰੋਮਾਈਜ਼ ਕਰਕੇ ਨਹੀਂ, ਕੋਈ ਤਰੀਕਾ ਨਹੀਂ ਹੋਰ। ਹੁਣ ਜੇ ਲੜਾਂਗੇ ਤਾਂ ਬਚਾਂਗੇ, ਨਹੀਂ ਤਾਂ ਜੇਲ੍ਹ ਜਾਣਾ। ਜੇ ਜਾਣਾ ਹੀ ਆ ਤਾਂ ਫਿਰ ਲੜੋ। ਸੋ ਉਹ ਵਿਰੋਧੀ ਪਾਰਟੀਆਂ ਦੇ ਲੀਡਰ ਜਿਹੜੇ ਨਾ ਇਸ ਨਤੀਜੇ ਤੇ ਪਹੁੰਚੇ ਹੋਏ ਆ। ਸੋ ਇਸ ਕਰਕੇ ਮੈਂ ਇਹ ਕਿ ਸਾਰੇ ਹਥਿਆਰ ਵਰਤੇ ਗਏ। ਹੁਣ ਉਹ ਤੋਂ ਅਗਲਾ ਚੈਪਟਰ ਸ਼ੁਰੂ ਹੋਏਗਾ ਕਿ ਹੁਣ ਇਹ ਜਿਹੜੀਆਂ ਪਾਰਟੀਆਂ ਨੇ ਪ੍ਰਿੰਸੀਪਲ ਫੈਸਲਾ ਕਰ ਲਿਆ, ਉਹ ਪੈਚ ਅਪ ਸੀਟ ਬਾਈ ਸੀਟ ਤੇ ਜਦੋਂ ਆਉਣਗੇ ਨਾ, ਉਦੋਂ ਘੈਂਸ ਹੋਏਗੀ। ਲੇਕਿਨ ਉਹਦੇ 'ਚ ਚਾਂਸ ਇਹ ਨਹੀਂ ਲੱਗਦਾ ਕਿ ਵੀ ਕਿਸੇ ਨੂੰ ਇੱਕ ਸੀਟ ਘੱਟ ਮਿਲੀ ਜਾਂ ਦੋ ਉਹਦੇ ਵੱਧ ਬਾਰੇ ਵੀ ਤਾਂ ਮਿਲੀਆਂ। ਚਾਹਨਾ ਜੀ, ਕਾਂਗਰਸ ਨੇ ਤਾਂ ਜਿਹੜੀ ਉੱਥੇ ਅਪਰੋਚ ਦੱਸਿਆ ਕਿ ਲਚਕੀਲਾਪਨ ਲੈ ਕੇ ਅਸੀਂ ਚੱਲਾਂਗੇ ਤੇ ਸਾਨੂੰ ਇਸ ਗੱਲ ਲਈ ਜਿਹੜਾ ਵੀ ਬਲਿਦਾਨ ਕਰਨਾ ਪਿਆ ਅਸੀਂ ਕਰਨ ਲਈ ਤਿਆਰ ਹਾਂ। ਹੈਲੋ, ਇਹ ਰਾਹੁਲ ਨੇ ਵੀ ਕਿਹਾ, ਇਹ ਦੂਜੇ ਹੋਰ ਲੀਡਰਾਂ ਨੇ ਵੀ ਕਿਹਾ ਹਨਾ ਬਈ ਅਸੀਂ ਇਸ ਇਸ਼ੂ ਨੂੰ ਲੈ ਕੇ ਇਹਦੇ ਚ ਮਤਲਬ ਨਹੀਂ ਅਸੀਂ ਉਹਨਾਂ ਸੈਕਰੀਫਾਈਸ ਚਾਹਨਾ ਜੀ ਇਹ ਜਾਂ ਗੱਲ ਛੱਡ ਕਹੀ ਹੈ ਛਡਾ। ਕਿ ਸਾਡੇ ਵਿੱਚ ਮਤਭੇਦ ਹੈਗੇ ਆ, ਪਰ ਮਤਭੇਦਾਂ ਦੇ ਜਿਹੜੀ ਜਾਂ ਸਾਡੇ ਜਿਹੜੇ ਵਖਰੇਵੇਂ ਆ ਉਹਨਾਂ ਨੂੰ ਇਸ ਰਾਹ ਦੇ ਵਿੱਚ ਆਉਣ ਨਹੀਂ ਦਿੱਤਾ ਜਾਏਗਾ। ਅਸੀਂ ਲਚਕੀਲੇਪਨ ਨਾਲ ਦੀ ਪਹੁੰਚ ਬਣਾ ਕੇ ਇਹਨਾਂ ਨੂੰ ਹੱਲ ਕਰ ਲਾਂਗੇ। ਉਹੀ ਮੈਂ ਕਹਿੰਦਾ ਵੀ ਜਦੋਂ ਦੂਜੀਆਂ ਪਾਰਟੀਆਂ ਵਾਲੇ ਇਹ ਗੱਲ ਕਹਿੰਦੇ ਨਾ, ਉਹ ਕਹਿੰਦੇ ਸਾਡੇ ਰਾਈਟਸ ਹੈਗੇ ਆ, ਸਾਡੇ ਅਧਿਕਾਰ ਬਣਦੇ ਆ, ਕਿੰਨੇ ਬਣਦੇ ਆ, ਇਹ ਗੱਲ ਅਸੀਂ ਆਪੇ ਹੀ ਨਿਪਟ ਲਵਾਂਗੇ ਬਾਅਦ ਦੇ ਵਿੱਚ ਹਨਾ। ਇੱਕ ਤਾਂ ਜਦੋਂ ਅਸੀਂ ਰਾਹੁਲ ਗਾਂਧੀ ਦੀ ਗੱਲ ਕਰਦੇ ਨਾ, ਉਹਨੂੰ ਪ੍ਰੋਜੈਕਟ ਏਦਾਂ ਲੋਕ ਸੋਚਦੇ ਵੀ ਸ਼ਾਇਦ ਉਹ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਆ ਹਨਾ, ਜਾਂ ਕਾਂਗਰਸ ਜੇ ਮੰਗੂਗੀ ਕਿ ਸਾਨੂੰ ਜਿਹੜੀ ਪ੍ਰਧਾਨਗੀ ਦਾ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਸਾਡਾ ਹੋਣਾ ਚਾਹੀਦਾ, ਕਿਉਂਕਿ ਸਭ ਤੋਂ ਵੱਡੀ ਪਾਰਟੀ ਹੈ। ਇਹਦੇ ਬਾਵਜੂਦ ਵੀ ਉਹਨਾਂ ਨੇ ਬੜਾ ਸਾਫ਼ ਕਰ ਦਿੱਤਾ ਕਿ ਅਸੀਂ ਹਰ ਚੀਜ਼ ਨੂੰ, ਉਸ ਨੂੰ ਜਿਹੜਾ ਅੜਿੱਕਾ ਬਣਦੀ ਹੋਵੇ ਉਹਦੇ ਤੇ ਆਪਣੇ ਜਿਹੜੇ ਅਧਿਕਾਰ ਹੈ ਜਾਂ ਆਪਣੇ ਉਹਨਾਂ ਨੂੰ ਸੈਕਰੀਫਾਈਸ ਕਰਨ ਦੇ ਲਈ ਤਿਆਰ ਹੈ। ਤੁਸੀਂ ਦੇਖਿਆ ਹੋਣਾ ਪ੍ਰੈਸ ਕਾਨਫਰੰਸ ਦੇ ਵਿੱਚ, ਮੈਂ ਵੀ ਦੇਖਿਆ ਕਿ ਨਤੀਸ਼ ਕੁਮਾਰ ਨੇ ਜਾਨੀ ਆਊਟ ਆਫ ਦਾ ਵੇ ਜਾ ਕੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਨੂੰ। ਉਹਨੇ ਕਿਹਾ ਰਾਹੁਲ ਗਾਂਧੀ ਤੁਸੀਂ ਹੁਣ ਬੋਲੋ ਜੀ ਹਨਾ। ਲੇਕਿਨ ਰਾਹੁਲ ਗਾਂਧੀ ਨੇ ਕੀ ਕੀਤਾ ਕਿ ਮਾਈਕ ਖੜਗੇ ਦੇ ਅੱਗੇ ਕਰ ਦਿੱਤਾ ਕਿ ਇਹ ਮੇਰਾ ਪ੍ਰਧਾਨ ਹੈ, ਮੈਂ ਨਹੀਂ ਹਨਾ। ਜਾਨੀ ਉਹ ਇਸ ਗੱਲ ਦੇ ਉੱਤੇ ਕੁਛ ਤਾਂ ਇਹ ਵੀ ਆ ਕਿ ਉਹਨੇ ਓਪਨਲੀ ਕਹਿ ਹੀ ਦਿੱਤਾ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਆ ਹਨਾ। ਜਦੋਂ ਕਾਂਗਰਸ ਕਹਿੰਦੀ ਆ, ਉਹ ਕਹਿੰਦੇ ਇਹ ਮਸਲਾ ਇਹ ਨਹੀਂ ਹੈਗਾ, ਮਸਲਾ ਇਹ ਆ ਕਿ ਅਸੀਂ ਦੇਸ਼ ਨੂੰ ਠੀਕ ਰਾਹ ਦੇ ਉੱਤੇ ਕਿੱਦਾਂ ਲੈ ਕੇ ਆਉਣਾ, ਸਾਡਾ ਹੈਗਾ ਵਿਚਾਰਧਾਰਕ ਲੜਾਈ ਜੇ ਤੇ ਅਸੀਂ ਸਾਂਝੇ ਆ, ਇਹ ਮਸਲਾ ਹੀ ਨਹੀਂ ਹੈ ਸਾਡੇ ਦੇ ਵਿੱਚ, ਇਹ ਬਾਅਦ ਦੇ ਵਿੱਚ। ਸੋ ਜਦੋਂ ਜੇ ਇਹ ਇਸ਼ੂ ਬਣਦਾ ਨਾ ਜਦੋਂ, ਉਦੋਂ ਲਹਿਰ ਉੱਠੇਗੀ।
ਉਦੋਂ ਲੋਕਾਂ ਦੇ ਇਕੱਠੇ ਹੋਣ ਦਾ ਜਿਹੜਾ ਲੋਕਾਂ ਨੂੰ ਫਟ ਗੱਲ ਸਮਝ ਆਉਂਦੀ ਹੁੰਦੀ ਜਿਹੜੀ ਠੀਕ ਹੋਵੇ, ਜਿਹੜੀ ਗਲਤ ਗੱਲ ਸਮਝਾਉਣ ਦੀ ਕੋਸ਼ਿਸ਼ ਕਰੇਗੀ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰ, ਫਿਰ ਉਹ ਰਿਫਿਊਜ਼ ਕਰ ਦਿੰਦੇ ਆ, ਔਰ ਫਿਰ ਉਹ ਗੱਲ ਨਹੀਂ ਸਮਝਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਪਤਾ ਵੀ ਇਹ ਗਲਤ ਗੱਲ ਹੈਗੀ ਹੈ। ਸੋ ਇਸ ਕਰਕੇ ਉਹ ਜਿਹੜੀ ਉਹਨਾਂ ਦੇ ਆਪਣੇ ਵਿਊ ਪੁਆਇੰਟ ਤੋਂ ਨਹੀਂ ਠੀਕ ਹੁੰਦੀ। ਸੋ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਤੁਸੀਂ ਨਿਤੀਸ਼ ਕੁਮਾਰ ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਹੀ ਸਭ ਤੋਂ ਅਖੀਰ ਤੇ ਪ੍ਰੈਸ ਕਾਨਫਰੰਸ ਲਾਲੂ ਪ੍ਰਸਾਦ ਯਾਦਵ ਹੁਣੀ ਬੋਲੇ, ਤਾਂ ਉਹਨਾਂ ਵੀ ਰਾਹੁਲ ਦੀ ਇਸ ਗੱਲ ਦੀ ਬਹੁਤ ਤਾਰੀਫ ਕੀਤੀ ਕਿ ਉਸਨੇ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਹੈ ਤੇ ਜਿਸ ਢੰਗ ਨਾਲ ਸਾਰੀ ਰਾਜਨੀਤੀ ਵਿੱਚ ਉਹ ਆਪਣੀ ਗੱਲ ਕਹਿੰਦੇ ਆ, ਉਹਦੀ ਤਾਰੀਫ ਉਹਨਾਂ ਨੇ ਕੀਤੀ। ਤੇ ਨਾਲ ਹੀ ਉਹਨਾਂ ਨੇ ਇਹ ਵੀ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਜਿਹੜੀ ਦਾੜੀ ਹੈ ਨਾ, ਜਿਹੜੀ ਆਪਣੀ ਯਾਤਰਾ ਦਾ ਵੇਲੇ ਇੰਨੀ ਵਧਾ ਲਈ ਸੀਗੀ, ਤੇ ਹੁਣ ਜਿਵੇਂ ਦਿੱਲੀ ਦੇ ਬੰਦੇ ਵਰਗੀ ਨਾ ਤੁਸੀਂ ਹੁਣ ਕਰ ਲਿਓ, ਫਿਰ ਦੁਬਾਰਾ ਦਾੜੀ ਨੂੰ ਛੋਟੀ ਕਰੋ ਹੋਰ। ਤੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਹੁਣ ਸ਼ਾਦੀ ਵੀ ਕਰ ਲਓ, ਵਿਆਹ ਵੀ ਕਰ ਲਓ, ਅਸੀਂ ਬਰਾਤੀ ਆ ਤੇ ਬਰਾਤੀ ਤਿਆਰ ਬੈਠੇ ਆ। ਤੇ ਤੁਹਾਡੀ ਮੰਮੀ ਵੀ ਇਹ ਕਹਿੰਦੀ ਹੈ ਕਿ ਇਹ ਮੁੰਡਾ ਮੰਨਦਾ ਨਹੀਂ, ਤੁਸੀਂ ਇਹਨੂੰ ਸਮਝਾਓ। ਤੇ ਉਹ ਰਾਹੁਲ ਨੇ ਅੱਗੋਂ ਬਕਾਇਦਾ ਇਹ ਕਿਹਾ ਕਿ ਹਾਂ ਹੁਣ ਮੈਂ ਜੋ ਤੁਸੀਂ ਕਿਹਾ ਮੈਂ ਉਸ ਤਰ੍ਹਾਂ ਹੀ ਕਰਾਂਗਾ। ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਅਰਥ ਵੀ ਕੱਢੇ ਜਾ ਰਹੇ ਆ ਕਿ ਇਹ ਸ਼ੁਗਲ ਦੇ ਵਿੱਚ ਸੀ, ਕਿਉਂਕਿ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਸੀ ਨਿਤੀਸ਼ ਕੁਮਾਰ ਨੇ ਉਹਨੂੰ ਇਸੇ ਹੀ ਨੋਟ ਦੇ ਉੱਤੇ ਖਤਮ ਕਰ ਦਿੱਤਾ ਸੀ। ਦੇਖੋ ਗੱਲ ਇਹ ਆ ਕਿ ਲਾਲੂ ਪ੍ਰਸਾਦ ਦਾ ਕੋਈ ਜਵਾਬ ਨਹੀਂ, ਮਤਲਬ ਉਹ ਇਕੱਲਾ ਹੀ ਹੈ ਕਿ ਇਸ ਦੇਸ਼ ਦਾ ਇਹੋ ਜਿਹਾ ਲੀਡਰ ਹੈਗਾ ਜਿਹੜੀ ਮੁਸ਼ਕਲ ਤੋਂ ਮੁਸ਼ਕਲ ਘੁੰਡੀ ਨੂੰ ਵੀ ਆਰਾਮ ਦੇ ਨਾਲ ਆਮ ਲੋਕਾਂ ਤੱਕ ਪਹੁੰਚਾ ਸਕਦਾ। ਔਰ ਜਿਹੜੀ ਪਹਿਲੀ ਅੱਧੀ ਗੱਲ ਤੁਸੀਂ ਕਹੀ ਹੈ ਨਾ ਕਿ ਵੀ ਪੈਦਲ ਯਾਤਰਾ ਕੀਤੀ ਆ ਤੇ ਉਹਦੇ ਚ ਉਹਦੀ ਸਿਫਤ ਕੀਤੀ ਆ, ਜਿਹੜੀ ਅਸਲ ਦੇ ਵਿੱਚ ਉਹ ਪੂਰੀ ਜਿਹੜੀ ਆਪੋਜੀਸ਼ਨ ਦੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਨਾ, ਉਹਨਾਂ ਨੇ ਮਨੋਂ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ ਰਾਹੁਲ ਗਾਂਧੀ ਦੀ ਯਾਤਰਾ ਨੇ ਦੇਸ਼ ਦੇ ਭਾਵਨਾਵਾਂ ਦੇ ਵਿੱਚ, ਦੇਸ਼ ਦੀ ਰਾਜਨੀਤੀ ਦੇ ਵਿੱਚ ਸ਼ਿਫਟ ਲਿਆਉਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਇਹ ਵੀ ਉਹਨਾਂ ਨੇ ਬੜੀ ਆਰਾਮ ਦੇ ਨਾਲ ਗੱਲ ਕਹਿ ਦਿੱਤੀ, ਜਿਹੜੀ ਕਿ ਸਾਰਿਆਂ ਦੀ ਸਾਂਝੀ ਅਸਲ ਦੇ ਵਿੱਚ। ਜਿਹੜੀ ਆ ਦੂਜੀ ਗੱਲ ਉਹਨਾਂ ਨੇ ਕਹੀ ਆ ਨਾ, ਲੋਕ ਹੁਣ ਇਹਨੂੰ ਏਦਾਂ ਹੀ ਲੈਂਦੇ ਆ ਕਿ ਅਸਲ ਦੇ ਵਿੱਚ ਉਹ ਇਹ ਕਹਿਣਾ ਚਾਹੁੰਦਾ ਆ ਕਿ ਆਹ ਜਿਹੜੀ ਆ ਜਾਣੀ ਸਾਡੀ ਬਰਾਤ ਆ ਜਿਹੜੀ ਇੱਥੇ ਇਕੱਠੀ ਹੋਈ ਆ, ਉਹਨਾਂ ਦਾ ਲਾੜਾ ਇਹ ਆ ਤੇ ਇਹ ਮੰਨਦਾ ਨਹੀਂ, ਹਨਾ। ਉਹਦੀ ਭਾਵਨਾ ਲੋਕ ਏਦਾਂ ਲੈ ਰਹੇ ਆ ਕਿ ਵੀ ਰਾਹੁਲ ਨਹੀਂ ਮੰਨਦਾ, ਇਹਦੀ ਮੰਮੀ ਵੀ ਕਹੀ ਜਾਂਦੀ ਹੈ ਫੇਰ ਨਹੀਂ ਮੰਨਦਾ, ਹਨਾ। ਹੁਣ ਤੂੰ ਏਦਾਂ ਕਰ ਵੀ ਇਹ ਮੰਨ, ਜਾਣੀ ਉਹ ਇਹਦਾ ਪੋਲੀਟੀਕਲ ਮੀਨਿੰਗ ਲੈਂਦੇ ਆ, ਇਹਨੂੰ ਮਜ਼ਾਕ ਨਹੀਂ ਲੈਂਦੇ, ਕਿਉਂਕਿ ਇਹ ਲਾਲੂ ਪ੍ਰਸਾਦ ਦਾ ਇੱਕ ਗੱਲ ਕਰਨ ਦਾ ਸਟਾਈਲ ਆ। ਇਸ ਕਰਕੇ ਜਦੋਂ ਮਜ਼ਾਕ 'ਚ ਵੀ ਗੱਲ ਕਰਨੀ ਉਹਨੇ ਰਾਜਨੀਤੀ ਦੀ ਗੱਲ ਕਰਨੀ ਹੈ, ਹਨਾ। ਔਰ ਉਹ ਸ਼ੁਗਲ ਵੀ ਕਰਨਾ ਤਾਂ ਰਾਜਨੀਤੀ ਵਾਲਾ ਕਰਨਾ ਹੈਗਾ। ਸੋ ਇਸ ਕਰਕੇ ਮੈਂ ਸਮਝਦਾ ਕਿ ਉਹਨੇ ਇਹ ਇੰਡੀਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤਾਂ ਤਿਆਰ ਹਾਂ, ਇਹ ਨਹੀਂ ਮੰਨਦਾ। ਜੀ ਹੈ ਨਾ। ਤਾਂ ਉਹਦੇ ਵਿੱਚ ਆ ਨਾ ਜੀ, ਨਾਲ ਇਹ ਵੀ ਤਾਂ ਕਿਤੇ ਨਾ ਕਿਤੇ ਗੱਲ ਆ ਰਹੀ ਹੈ ਕਿ ਜਦੋਂ ਪਹਿਲਾਂ ਵੀ ਐਮਰਜੈਂਸੀ ਦੇ ਖਿਲਾਫ ਅੰਦੋਲਨ ਹੋਇਆ ਸੀ ਤਾਂ ਉਸ ਸਮੇਂ ਜਿਹੜੀ ਪਟਨਾ 'ਚ ਸੰਘਰਸ਼ ਸਮਿਤੀ ਬਣੀ ਸੀ, ਉਸ ਦੇ ਕਨਵੀਨਰ ਵੀ ਲਾਲੂ ਪ੍ਰਸਾਦ ਯਾਦਵ ਸੀ। ਇਹ ਠੀਕ ਆ, ਕਿਉਂਕਿ ਬੀਜੇਪੀ ਨੂੰ ਇੱਕ ਇਹ ਵੀ ਗੱਲ ਆ, ਉਹਨਾਂ ਦੀ ਮੁਸ਼ਕਿਲ ਇੱਕ ਹੋਰ ਵੀ ਪੈਦਾ ਹੋ ਗਈ ਹੈ, ਜਿਹੜੀ ਕਹੀ ਆ ਨਾਡਾ ਸਾਹਿਬ ਨੇ ਉਹਨਾਂ ਦੇ ਕਿ ਇਹ ਉਹ ਲੋਕ ਇਕੱਠੇ ਹੋ ਗਏ ਆ ਜਿਨ੍ਹਾਂ ਨੂੰ ਕਾਂਗਰਸ ਨੇ ਐਮਰਜੈਂਸੀ ਦੇ ਵਿੱਚ, ਇੰਦਰਾ ਗਾਂਧੀ ਦੀ ਸਰਕਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਦਿੱਤਾ ਹੋਇਆ ਸੀਗਾ। ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਇਕੱਠੇ ਕਿੱਦਾਂ ਹੋ ਗਏ, ਹਨਾ। ਹੁਣ ਉਹ ਇਹ ਅਸਲ 'ਚ ਗੱਲ ਇਹ ਆ ਕਿ ਵੀ ਉਹ ਐਮਰਜੈਂਸੀ ਬੜੀ ਇੱਕ ਐਲਾਨੀਆ ਐਮਰਜੈਂਸੀ ਸੀ, ਹਨਾ। ਔਰ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਚੱਕ ਕੇ ਅੰਦਰ, ਜਿਹੜੇ ਹਾਲਾਤ 'ਚ ਉਦੋਂ ਆਪੋਜੀਸ਼ਨ ਪਾਰਟੀਆਂ ਨੇ ਯੁੱਧ ਲੜਿਆ, ਜਿਹੜਾ ਪਟਨੇ ਤੋਂ ਹੀ ਸ਼ੁਰੂ ਹੋਇਆ ਸੀਗਾ, ਉਹ ਇਕੱਠੇ ਹੋਣ ਦਾ ਇੱਕ ਸੀਗਾ ਕਿ ਜ਼ਿਆਦਤੀ ਕੀਤੀ ਹੈ। ਕਿਹਨੇ ਕੀਤੀ ਆ? ਕਾਂਗਰਸ ਨੇ ਕੀਤੀ ਆ। ਉਹਦਾ ਹੁੰਝਾ ਫੇਰਤਾ ਉਹਨਾਂ ਨੇ, ਸਾਰੇ ਨਾਰਥ ਇੰਡੀਆ ਦੇ ਵਿੱਚੋਂ ਹੂੰਝ ਕੇ ਰੱਖ ਦਿੱਤੇ। ਇੱਕ ਫਿਰੋਜ਼ਪੁਰ ਦੀ ਸੀਟ ਆਈ, ਇੱਕ ਬੰਗਾਲ 'ਚੋਂ ਸੀਟ ਆਈ, ਸਾਰੀਆਂ ਸੀਟਾਂ ਵਿਚਲੀਆਂ ਜਿਹੜੀਆਂ ਨਾ ਉਹ ਲੋਕਾਂ ਨੇ ਹਰਾ ਦਿੱਤੀਆਂ ਉਹਨਾਂ ਨੂੰ। ਉਹ ਕਹਿੰਦੇ ਹੁਣ ਜ਼ਿਆਦਤੀ ਕਿਹਨੇ ਕੀਤੀ? ਹੁਣ ਉਹ ਐਮਰਜੈਂਸੀ ਵਰਗਾ, ਐਮਰਜੈਂਸੀ ਤਾਂ ਨਾਲੋਂ ਵੀ ਸਖਤ ਮਾਹੌਲ ਹੈ ਜਿਹੜਾ ਨਾ ਕ੍ਰੀਏਟ ਕੀਤਾ ਹੋਇਆ, ਅਨਐਲਾਨੀ ਹੈਗੀ ਆ। ਹੁਣ ਜਿਹਨੇ ਹੁਣ ਲਾਈ ਆ ਇਹ, ਹੁਣ ਜਿਹਨੇ ਜ਼ਿਆਦਤੀ ਕੀਤੀ ਆ, ਇਹ ਹੁਣ ਆਪੋਜੀਸ਼ਨ ਦੀਆਂ ਪਾਰਟੀਆਂ ਹੁਣ ਵਾਲੀ ਜ਼ਿਆਦਤੀ ਦੇ ਖਿਲਾਫ ਇਕੱਠੀਆਂ ਉਹੀ ਪਾਰਟੀਆਂ ਹੁਣ ਵਾਲੀ ਅਨਐਲਾਨੀ ਐਮਰਜੈਂਸੀ ਦੇ ਖਿਲਾਫ ਖੜੀਆਂ ਹੋ ਗਈਆਂ। ਉਹ ਇਹੀ ਹੈ ਕਿ ਵੀ ਉਹ ਉਹਨਾਂ ਨੇ ਭੁਗਤ ਲਿਆ, ਹਨਾ। ਇਹ ਹੁਣ ਉਹ ਭੁਗਤਣਗੇ ਜਿਨ੍ਹਾਂ ਨੇ ਹੁਣ ਮਾਹੌਲ ਕ੍ਰੀਏਟ ਕੀਤਾ। ਸੋ ਇਸ ਕਰਕੇ ਏਕਤਾ ਦਾ ਇਹ ਜਿਹੜਾ, ਬਾਕੀ ਰਹੀ ਗੱਲ ਇਹ ਕਿ ਸਟੇਟਾਂ ਦੇ ਵਿੱਚ ਜਿਹੜਾ ਨਾ ਜਦੋਂ ਹੁਣ ਉਹ ਬੈਠਣਗੇ, ਹੁਣ ਆਪਾਂ ਫਾਰ ਐਗਜ਼ਾਮਪਲ ਕੇਰਲਾ ਦਾ, ਹੁਣ ਕੇਰਲਾ ਦੇ ਵਿੱਚ ਜੋ ਮਰਜ਼ੀ ਕਰ ਲਓ, ਲੜੇ ਕੋਈ ਨਾ ਲੜੇ, ਭਾਰਤੀ ਜਨਤਾ ਪਾਰਟੀ ਨੂੰ ਤਾਂ ਇੱਕ ਸੀਟ ਨਹੀਂ ਆਉਂਦੀ, ਹਨਾ।
ਜਿਹੜਾ ਵੀ ਜਿੱਤੇਗਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵਾਲੇ ਜਿੱਤੇਗਾ। ਕਹਿੰਦਾ ਕਮਿਊਨਿਸਟਾਂ ਦੀ ਸਰਕਾਰ ਆ, ਵਿਰੋਧ ਦੇ ਵਿੱਚ ਜਿਹੜੀ ਨਾ ਕਾਂਗਰਸ ਆ, ਉੱਥੇ ਉਹ ਕਿੱਦਾਂ ਪੈਚ ਅਪ ਕਰਨਗੇ? ਇਹ ਕੰਮ ਵੀ ਅਸਲ ਦੇ ਵਿੱਚ ਡਿਟੇਲ 'ਚ ਵਰਕ ਜਦੋਂ ਹੋਏਗਾ ਉਹ ਸੌਖਾ ਨਹੀਂ ਹੋਣਾ। ਕਿ ਜੇ ਕਾਂਗਰਸ ਨੇ ਤਾਂ ਕਮਿਊਨਿਸਟਾਂ ਨੇ ਇੱਕ ਦੂਜੇ ਦੇ ਖਿਲਾਫ ਲੜਨਾ ਤਾਂ ਕੀ ਉਹ ਫਰੈਂਡਲੀ ਫਾਈਟ ਹੋਏਗੀ, ਜਾਂ ਉਹ ਸੀਟਾਂ ਜਿਹੜੀਆਂ ਨਾ ਮਿਥ ਲੈਣਗੇ ਕਿ ਵੀ ਇੰਨੀਆਂ ਕੋਹਦੀਆਂ ਚਲੀ ਜਾਣ, ਇੰਨੀਆਂ ਚਾਹਨਾ ਕੋਹਦੀਆਂ ਜੀ ਚਲੀ ਇਹ ਜਾਣ। ਹੋ ਸਕਦਾ ਹੈ ਕਿ ਕੁਝ ਥਾਵਾਂ ਦੇ ਉੱਤੇ ਜਿਹੜੀ ਹੈ ਫਰੈਂਡਲੀ ਜਿਹੜੀ ਹੈ ਮੈਚ ਜਿਹਨੂੰ ਕਹਿੰਦੇ ਆ ਉਹ ਹੋਵੇ। ਮੇਰਾ ਖਿਆਲ ਇਹੀ ਆ ਕਿ ਜਿੱਦਾਂ ਹੁਣ ਪੱਛਮੀ ਬੰਗਾਲ ਹੈਗੀ, ਹੁਣ ਜਿਹੜੀ ਵੀ ਵੋਟ ਟੁੱਟ ਰਹੀ ਆ ਜਾਂ ਲੋਕ ਜਿਹੜੇ ਪਿੱਛੇ ਹਟ ਰਹੇ ਆ ਮਮਤਾ ਤੋਂ, ਉਹ ਬੀਜੇਪੀ ਵੱਲ ਨੂੰ ਨਹੀਂ ਜਾ ਰਹੇ, ਉਹ ਕਾਂਗਰਸ ਤੇ ਕਮਿਊਨਿਸਟਾਂ ਵੱਲ ਨੂੰ ਜਾ ਰਹੇ ਆ। ਪਿਛਲੀਆਂ ਜਿਹੜੀਆਂ ਛੋਟੀਆਂ ਇਲੈਕਸ਼ਨਸ ਵੀ ਹੋਈਆਂ ਹੈਗੀਆਂ, ਉਹਨਾਂ ਦਾ ਜਿਹੜਾ ਟ੍ਰੈਂਡ ਆ ਹੁਣ ਉਹ ਜਿਹੜਾ ਪਿੱਛੇ ਹਟਣਾ, ਤਾਂ ਹੀ ਉਹਨੇ ਮਮਤਾ ਜੀ ਨੇ ਪਹਿਲਾਂ ਇਹੀ ਸਵਾਲ ਉਠਾਇਆ ਸੀ ਕਿ ਬੰਗਾਲ ਸਾਨੂੰ ਛੱਡ ਦਿਓ, ਅਸੀਂ ਤੁਹਾਨੂੰ ਜਿਹੜਾ ਲੇਕਿਨ ਹੁਣ ਇਹ ਆ ਕਿ ਜੇ ਇਹਦੀ ਇਦਾਂ ਫਰੈਂਡਲੀ ਫਾਈਟ ਨਾ ਹੋਈ ਤਾਂ ਜਿਹੜੇ ਉਹ ਸਰਕਾਰ ਤੋਂ, ਮਮਤਾ ਸਰਕਾਰ ਤੋਂ ਪਿੱਛੇ ਹਟਣਗੇ ਤਾਂ ਕੁਦਰਤੀ ਹੈਗੀ ਆ ਆਪੋਜੀਸ਼ਨ ਦੇ ਵਿੱਚ ਜੇ ਕੱਲੀ ਬੀਜੇਪੀ ਹੋਏਗੀ ਉਧਰ ਨੂੰ ਜਾਣਗੇ, ਹਨਾ। ਇਸ ਪਰ ਕਰਕੇ ਇਹਦੀ ਉਹਨਾਂ ਜ਼ਿਆਦਾ ਨੂੰ ਜ਼ਿੰਮੇਵਾਰੀ ਤਾਂ ਚਾਹਨਾ ਜੀ ਕਾਂਗਰਸ ਦੇ ਉੱਪਰ ਹੀ ਆਉਣੀ ਹੈ, ਕਿਉਂਕਿ 200 ਸੀਟਾਂ ਐਸੀਆਂ ਹੈਗੀਆਂ ਦੇਸ਼ ਦੇ ਵਿੱਚ ਜਿੱਥੇ ਕਾਂਗਰਸ ਤੇ ਬੀਜੇਪੀ ਦੇ ਵਿੱਚ ਸਿੱਧੀ ਟੱਕਰ ਆ, ਉੱਥੇ ਕੋਈ ਹੋਰ ਪਾਰਟੀ ਵਿੱਚ ਨਹੀਂ ਹੈ। ਸਿੱਧੀ ਟੱਕਰ ਹੈਗੀ ਆ, ਉੱਥੇ ਉਹਨਾਂ ਦੇ ਨਾਲ ਬਾਕੀ ਪਾਰਟੀਆਂ ਕਿੱਦਾਂ ਸਾਥ ਦਿੰਦੀਆਂ। ਲੇਕਿਨ ਜਿਨ੍ਹਾਂ ਸਟੇਟਾਂ ਦੇ ਵਿੱਚ ਆਪਾਂ ਇਹ ਪਿਛਲੀ ਵਾਰੀ ਵੀ, ਜੇ ਹੁਣ ਯੂਪੀ ਦੇ ਵਿੱਚ ਅਖਿਲੇਸ਼ ਦੀ ਅਗਵਾਈ ਦੇ ਵਿੱਚ ਕੁਝ ਜਿਹੜਾ ਸਾਂਝਾ ਮੋਰਚਾ ਬਣਾਉਣਗੇ, ਇਹ ਤਾਂ ਹੋਊਗਾ ਜੈਨੂਅਨ, ਹਨਾ, ਜਿਹਦੇ ਕੋਲ ਤਾਕਤ ਹੈਗੀ ਆ, ਜਿਹਦੇ ਕੋਲ ਇਸੇ ਤਰ੍ਹਾਂ ਹੀ ਬਿਹਾਰ ਦੇ ਵਿੱਚ, ਇਸੇ ਤਰ੍ਹਾਂ ਹੀ ਪੱਛਮੀ ਬੰਗਾਲ ਦੇ ਵਿੱਚ ਬਿਹਾਰ ਦੇ ਵਿੱਚ ਤਾਂ ਚਾਹਨਾ ਜਿਹੜੀ ਜੀ ਆਲਰੇਡੀ ਬਣਿਆ ਹੀ ਹੋਇਆ ਨਾ ਮੋਰਚਾ। ਹਾਂਜੀ ਬਣਿਆ ਹੋਇਆ, ਇਸੇ ਤਰ੍ਹਾਂ ਦੂਸਰੀਆਂ ਇਸ ਹੋਰ ਤਰ੍ਹਾਂ ਹੀ ਸਟੇਟਾਂ ਮਹਾਰਾਸ਼ਟਰ 'ਚ ਵੀ ਬਣਿਆ ਹੋਇਆ। ਜਿਹੜੀ ਪਾਰਟੀ ਪਾਰ ਲਾ ਸਕਦੀ ਆ ਦੂਸਰੇ ਉਹਦੇ ਨਾਲ, ਹੁਣ ਉਹਨੂੰ ਸ਼ੇਅਰ ਉਹਦੇ 'ਚ ਮਿਲੇ, ਹਨਾ। ਜੇ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਆ, ਕੁਦਰਤੀ ਹੈਗੀ ਆ, ਉਹਦੇ ਕੋਲ ਇੰਨੀਆਂ ਮਤਲਬ ਉਹਦੇ ਕੋਲ ਵੋਟ ਪਰਸੈਂਟੇਜ ਦੇਖੀਏ ਤਾਂ ਬਹੁਤ ਜ਼ਿਆਦਾ ਹੈਗੀ ਆ ਬਾਕੀਆਂ ਦੇ ਮੁਕਾਬਲੇ 'ਚ। ਜੇ 12 ਬਾਕੀਆਂ ਨੂੰ ਕਰੋੜ ਇਕੱਠਾ ਵੋਟ ਮਿਲੀ ਸੀ ਉਹਨੂੰ ਪਿਛਲੀ ਵਾਰ ਜੀ। ਜੇ ਬਾਕੀਆਂ ਨੂੰ ਇਕੱਠੇ ਕਰ ਲਈਏ ਦੂਜੀਆਂ ਪਾਰਟੀਆਂ ਨੂੰ, ਤਾਂ ਫਿਰ ਉਹ ਬਾਕੀ ਦੂਜੀਆਂ ਪਾਰਟੀਆਂ ਦੇ ਕੋਲ 22% ਵੋਟ ਉਧਰ ਚਲੀ ਜਾਂਦੀ ਹੈ ਨਾ, ਜਿਹੜੀਆਂ ਵਿਰੋਧੀ ਪਾਰਟੀਆਂ ਜੇ ਇਕੱਠੀਆਂ ਹੋਈਆਂ। ਹੁਣ ਇਹ ਕਿ ਲੇਕਿਨ ਜੇ ਕੱਲੀ ਨੂੰ ਲੈਂਦੇ ਆ ਫਿਰ ਉਹ ਪਰਸੈਂਟੇਜ ਥੱਲੇ ਡਿੱਗ ਪੈਂਦੀ ਆ। ਇਹ ਇੱਕ ਬਰੀਕੀ ਦੇ ਨਾਲ ਕੈਲਕੂਲੇਸ਼ਨ ਜਿਹੜੀ ਕਰਨੀ, ਇਹ 'ਚ ਮੇਨ ਜ਼ਿੰਮੇਵਾਰੀ ਜਿਹੜੀ ਹੈ ਨਾ ਹੁਣ ਕਾਂਗਰਸ ਦੀ ਹੀ ਬਣਦੀ ਆ ਕਿ ਉਹ ਕਿੰਨਾ ਛੱਡ ਛਡਾ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਤਾਂ ਕਿ ਸਾਰਾ ਫਰੰਟ ਇਕੱਠਾ ਰਵੇ। ਕੋਈ ਪਾਰਟੀ ਨਹੀਂ, ਦੂਸਰੀ ਗੱਲ ਵੀ ਤਾਂ ਹੈ ਨਾ, ਕਾਮਨ ਮਿਨੀਮਮ ਪ੍ਰੋਗਰਾਮ ਦਾ ਮਾਮਲਾ ਵੀ ਤਾਂ ਹੈ। ਫਿਰ ਇਹ ਵੀ ਤਾਂ ਮਾਮਲਾ ਹੈ ਜਿੰਨੀਆਂ ਉਹਨਾਂ ਨੇ ਉੱਥੇ ਕਿ ਇਸ ਜਿਹੜਾ ਫਰੰਟ ਬਣੇਗਾ, ਜਿਹਨੂੰ ਉਹਨਾਂ ਨਵਾਂ ਨਾਂ ਦੇਣ ਦਾ ਸੋਚ ਰਹੇ ਆ, ਕਿ ਉਹਦਾ ਕਨਵੀਨਰ ਕੌਣ ਹੋਏਗਾ। ਉਹ ਦੇਖੋ ਕਾਮਨ ਮਿਨੀਮਮ ਪ੍ਰੋਗਰਾਮ ਦਾ ਜੰਡੂ ਸਾਹਿਬ ਇਦਾਂ ਹੁੰਦਾ ਕਿ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਨਾ ਉਹ ਪਬਲਿਕ ਵਾਸਤੇ ਹੁੰਦਾ ਆ ਕਿ ਅਸੀਂ ਜਿੱਤ ਗਏ ਤਾਂ ਆਹ ਕਰਾਂਗੇ, ਹਨਾ, ਆਹ ਹੈਗਾ ਸਾਡਾ ਪ੍ਰੋਗਰਾਮ, ਆਹ ਕਰਾਂਗੇ। ਨਹੀਂ, ਪਰ ਉਹਦੇ ਨਾਲ ਇੱਕ ਸਹਿਮਤੀ ਤਾਂ ਬਣ ਜਾਂਦੀ ਨਾ ਤੁਹਾਡੀ ਲੋਕਾਂ ਤੱਕ ਜਾਣ ਲਈ। ਬਿਲਕੁਲ, ਉਹ ਆਲਰੇਡੀ ਉਹ ਮਿਨੀਮਮ ਪ੍ਰੋਗਰਾਮ ਜਿਹੜਾ ਨਾ ਵਿਚਾਰਧਾਰਾ ਨੂੰ ਬੇਸ ਬਣਾ ਕੇ ਹੀ ਬਣਦਾ ਹੁੰਦਾ। ਇਸ ਕਰਕੇ ਵਿਚਾਰਧਾਰਕ ਤੌਰ ਤੇ ਉਹਨਾਂ ਦੀ ਏਕਤਾ ਹੋ ਚੁੱਕੀ। ਹੁਣ ਪੁਆਇੰਟ ਵਾਈਜ਼ ਲੈਣਗੇ ਕਿ ਇੰਡਸਟਰੀ ਦੇ ਵਿੱਚ ਕੀ ਕਰਾਂਗੇ, ਰੇਲਵੇ ਦਾ ਕੀ ਕਰਾਂਗੇ, ਬੈਂਕਿੰਗ ਦਾ ਕੀ ਕਰਾਂਗੇ, ਖੇਤੀ ਦਾ ਕੀ ਕਰਾਂਗੇ, ਐਜੂਕੇਸ਼ਨ ਦਾ ਕੀ ਕਰਾਂਗੇ, ਹਨਾ। ਉਹਦੇ 'ਚ ਆਏਗਾ। ਇਹ ਹੋਊਗਾ ਕਿ ਲੋਕਾਂ ਨੂੰ ਆਪਣੇ ਵੱਲ ਡਰਾਈਵ ਕਿਵੇਂ ਕਰਨਾ ਹੈਗਾ। ਦੂਸਰਾ ਜਿਹੜਾ ਮਾਮਲਾ ਨਾ ਉਹ ਹੈਗਾ ਇਹਨਾਂ ਦਾ ਆਪਸ ਵਿੱਚ ਦਾ ਮਾਮਲਾ ਕਿ ਵੀ ਹੁਣ ਜੇ ਪੱਛਮੀ ਬੰਗਾਲ ਦੇ ਵਿੱਚ ਨਜ਼ਰ ਹੀ ਆਉਂਦਾ ਹੋਏਗਾ ਕਿ ਜੀ ਜੇ ਵੋਟ ਟੁੱਟ ਰਿਹਾ ਤਾਂ ਇੱਧਰ ਨੂੰ ਜਾ ਰਿਹਾ, ਵੋਟ ਟੁੱਟ ਰਿਹਾ ਉਹਦੇ ਤੋਂ ਬਦਜ਼ਨ ਹੋ ਕੇ ਜੇ ਤੋਂ ਵੀ ਜਾਂ ਮਮਤਾ ਤੋਂ, ਉਹ ਜਿਹੜਾ ਵਾ ਉਹ ਮੁੜ ਕੇ ਮਮਤਾ ਨੂੰ ਤਾਂ ਨਹੀਂ ਪਾਏਗਾ। ਜੇ ਮੁੜ ਕੇ ਸਾਰੇ ਇਕੱਠੇ ਹੋਣਗੇ ਤਾਂ ਫਿਰ ਉਹ ਜਿਹੜਾ ਮਮਤਾ ਨੂੰ ਨਹੀਂ ਪਾਏਗਾ ਤਾਂ ਬੀਜੇਪੀ ਨੂੰ ਪਾਏਗਾ ਜਾ ਕੇ, ਹਨਾ। ਇਸ ਕਰਕੇ ਜੇ ਉਹ ਉਹਨਾਂ ਦੇ ਫਰੈਂਡਲੀ ਹੋਏਗਾ, ਉਹ ਕਹਿੰਦਾ ਇਹਨੂੰ ਤਾਂ ਨਹੀਂ ਪਾਉਣਾ, ਨਾਰਾਜ਼ਗੀ ਜ਼ਾਹਰ ਕਰਨੀ ਆ, ਚਲੋ ਕਾਂਗਰਸ ਨੂੰ ਤੇ ਕਮਿਊਨਿਸਟਾਂ ਨੂੰ ਪਾ ਦਿੰਦੇ ਆ, ਹਨਾ। ਸੋ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਜਿਹੜੀ ਨਾ ਵੋਟਾਂ ਦੀ, ਜਿਹੜੇ ਵੋਟ ਪੋਲਿਟਿਕਸ ਦੀ ਇਸ ਤਰ੍ਹਾਂ ਦੀ ਇੱਕ ਤਕਾਜ਼ਾ ਹੁੰਦਾ ਆ ਕਿ ਜੇ ਟੁੱਟ ਰਹੀ ਆ ਤਾਂ ਐਸੇ ਪਾਸੇ ਨਾ ਜਾਵੇ ਜਿਹੜਾ ਸਾਡਾ ਵਿਰੋਧੀ ਜਿੱਤ ਜਾਵੇ, ਹਨਾ। ਉਹਦੇ ਚੋਂ ਜਿਹੜੀ ਡਿਵੀਜ਼ਨ ਆਟੋਮੈਟਿਕਲੀ ਹੋਣੀ ਆ, ਉਹਦਾ ਸ਼ੇਅਰ ਕਿਹੜਾ ਕਿੱਧਰ ਜਾਏਗਾ, ਇਹ ਬੜਾ ਔਖਾ ਮਸਲਾ ਹੈਗਾ ਜਿਹਦੇ ਵਿੱਚੋਂ ਦੀ ਇਹਨਾਂ ਨੂੰ ਭਵ ਸਾਗਰ ਦੇ ਵਿੱਚੋਂ ਦੀ ਲੰਘਣਾ ਪੈਣਾ। ਪਰ ਜਦੋਂ ਹੁਣ ਇੱਕ ਗੱਲ ਤੇ ਸਹਿਮਤੀ ਹੋ ਗਈ, ਦੂਜੀ ਮਿਨੀਮਮ ਪ੍ਰੋਗਰਾਮ ਤੇ ਹੋ ਗਈ, ਫਿਰ ਛੱਡ ਛੜਾ ਕਰਾ ਕੇ ਇਹਨਾਂ ਨੂੰ ਸਹਿਮਤੀ ਕਰਨੀ ਹੀ ਪੈਣੀ ਆ। ਕਾਂਗਰਸ ਕਹਿ ਚੁੱਕੀ ਆ ਕਿ ਅਸੀਂ ਸੈਕਰੀਫਾਈਸ ਕਰਨ ਨੂੰ ਤਿਆਰ ਆ। ਈਵਨ ਮਮਤਾ ਨੇ ਵੀ ਇਹ ਲਫ਼ਜ਼ ਇਦਾਂ ਦੇ ਇਸਤੇਮਾਲ ਕੀਤੇ। ਸਮਾਪਤ ਹੋ ਰਿਹਾ, ਸੰਖੇਪ ਚ ਕਹੋ ਜੋ ਵੀ। ਹਾਂ, ਉਹ ਇਹੀ
ਕਿ ਸਾਰੀਆਂ ਪਾਰਟੀਆਂ ਦਾ ਮਨ ਬਣਿਆ ਹੋਇਆ ਕਿ ਛੱਡ ਛਡਾ ਕਰਨ ਨੂੰ ਤਿਆਰ ਆ, ਹਨਾ। ਤਿਆਰ ਆ ਤਾਂ ਛੋਟੀਆਂ ਮੋਟੀਆਂ ਜਿਹੜੀਆਂ ਹੋਣਗੀਆਂ ਉਹ ਇਹਨਾਂ ਨੇ ਦੂਰ ਕਰ ਲੈਣੀਆਂ। ਇਸ ਕਰਕੇ ਸਿੱਧੀ ਟੱਕਰ ਹੋਏਗੀ ਔਰ ਉਹਦੇ 'ਚ ਜਿਹੜਾ ਮਾਹੌਲ ਪੈਦਾ ਹੋ ਰਿਹਾ ਉਹ ਇਹੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਫਿਊਚਰ ਆ ਉਹ ਚੰਗਾ ਨਜ਼ਰ ਨਹੀਂ ਆ ਰਿਹਾ। ਇੱਥੇ ਹੀ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਜਿਸ ਤਰ੍ਹਾਂ ਚਾਨਣ ਜੀ ਨੇ ਕਿਹਾ ਹੈ ਕਿ ਜਿਹੜੀ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਹੈ, ਉਸ ਨੇ ਦੇਸ਼ ਦੇ ਵਿੱਚ ਇੱਕ ਨਵਾਂ ਰਾਜਸੀ ਮਾਹੌਲ ਜਿਹੜਾ ਉਹ ਪੈਦਾ ਕਰ ਦਿੱਤਾ ਹੈ ਔਰ ਉਸ ਮਾਹੌਲ ਦਾ ਕਿੱਥੇ ਕੀ ਅਸਰ ਪੈ ਰਿਹਾ ਉਸ ਨੂੰ ਚਾਨਣ ਜੀ ਨੇ ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਸਾਂਝਾ ਕੀਤਾ ਔਰ ਆਉਣ ਵਾਲੇ ਸਮੇਂ 'ਚ ਹੁਣ ਜਿਹੜੀਆਂ ਮੁੱਖ ਗੱਲਾਂ ਉਸ ਗੱਠਜੋੜ ਨੇ ਕਰਨੀਆਂ ਹੈਗੀਆਂ, ਉਹਨਾਂ ਵਿੱਚ ਕਾਮਨ ਮਿਨੀਮਮ ਪ੍ਰੋਗਰਾਮ, ਸੀਟ ਜਿਹੜੀ ਹੈ ਇੱਕ ਦੇ ਬਰਾਬਰ ਇੱਕ ਜਿਹੜੀ ਹੈ ਟੱਕਰ, ਸਿੱਧੀ ਟੱਕਰ ਬਣਾਉਣ ਦੇ ਲਈ ਵਿਉਂਤਬੰਦੀ ਕਰਨੀ, ਇਹ ਸਾਰੀਆਂ ਗੱਲਾਂ ਜਿਹੜੀਆਂ ਸ਼ਿਮਲਾ ਦੀ ਮੀਟਿੰਗ ਵਿੱਚ ਹੋਣਗੀਆਂ 10 ਤੇ 12 ਜੁਲਾਈ ਨੂੰ। ਉਦੋਂ ਤੱਕ ਅਸੀਂ ਇਸ ਗੱਲ ਦੀ ਇੰਤਜ਼ਾਰ ਕਰਾਂਗੇ ਕਿ ਇਸ ਪਾਰਟੀਆਂ ਦਾ ਜਿਹੜਾ ਗੱਠਜੋੜ ਹੈ ਇਹ ਕਿਸ ਤਰ੍ਹਾਂ ਅੱਗੇ ਵੱਧਦਾ ਤੇ ਹਾਕਮ ਪਾਰਟੀ ਇਸ ਦੇ ਉੱਤੇ ਕਿਸ ਤਰ੍ਹਾਂ ਦੇ ਆਪਣੇ ਐਕਸ਼ਨ ਕਰਦੀ ਹੈ ਤੇ ਇਸ ਗੱਠਜੋੜ ਨੂੰ ਤੋੜਨ ਦੇ ਲਈ ਕੀ ਹਰਬੇ ਵਰਤਦੀ ਹੈ। ਇਹ ਸਾਨੂੰ ਆਉਣ ਵਾਲੇ ਸਮੇਂ 'ਚ ਦੇਖਣ ਲਈ ਮਿਲੇਗਾ ਤੇ ਨਾਲ ਦੀ ਨਾਲ ਇਹ ਵੀ ਦੇਖਣ ਨੂੰ ਮਿਲੇਗਾ ਕਿ ਆਮ ਆਦਮੀ ਪਾਰਟੀ ਦੀ ਭੂਮਿਕਾ ਕਿਸ ਤਰ੍ਹਾਂ ਹੈ। ਉਹ ਇਸ ਕਰਕੇ ਵੀ ਸਾਡੇ ਲਈ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਉਂਕਿ ਪੰਜਾਬ ਦੇ ਵੱਲੋਂ ਵੀ ਉਸ ਕੌਮੀ ਰਾਜਨੀਤੀ ਵਿੱਚ ਜਿਸ ਢੰਗ ਨਾਲ ਭਗਵੰਤ ਮਾਨ ਉਹਨਾਂ ਨੇ ਉਸ ਮੀਟਿੰਗ ਸ਼ਮੂਲੀਅਤ ਕੀਤੀ ਹੈ ਕਿ ਪੰਜਾਬ ਦੀ ਉੱਥੇ ਕੀ ਭੂਮਿਕਾ ਬਣੇਗੀ, ਇਸ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦੇਖਾਂਗੇ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ, ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਜਿਹੜਾ YouTube ਦਾ ਕਮੈਂਟ ਬਾਕਸ ਆ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਚਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਜੰਡੂ ਸਾਹਿਬ।